थैंक यू सो मच। ओके जी, ठीक है मैम, ओके स्टार्ट कर दो मैम। जी जी। सत श्री अकाल, मैं मोनिका सैनी गवर्नमेंट ITI वूमेन्स लाजपत नगर तो मैं ਅੱਜ ਦਾ ਜੋ ਆਪਣਾ ਵਿਸ਼ਾ ਦੱਸਣ ਜਾ ਰਹੀ ਹਾਂ, ਇੱਕ TTC ਟ੍ਰੇਡ ਦਾ ਸਬਜੈਕਟ ਹੈ POT। ਉਸ ਦੇ ਵਿੱਚ ਟੌਪਿਕ ਹੈ ਤੁਹਾਡਾ ਯੂਨਿਟ ਨੰਬਰ 2, ਜਿਸ ਦੇ ਵਿੱਚ ਲਰਨਿੰਗ ਦਾ ਸਬਜੈਕਟ ਹੈ ਲਰਨਿੰਗ ਪ੍ਰੋਸੈਸ। ਅੱਜ ਅਸੀਂ ਉਸ ਨੂੰ ਸ਼ੇਅਰ ਕਰਾਂਗੇ ਔਰ ਐਕਸਪਲੇਨ ਕਰਾਂਗੇ। ਉਸ ਤੋਂ ਪਹਿਲੇ ਸ਼ੁਰੂ ਕਰਨ ਤੋਂ ਪਹਿਲੇ ਮੈਂ ਤੁਹਾਨੂੰ ਆਪਣੀ ITI ਬਾਰੇ ਜਾਣਕਾਰੀ ਦੇਣਾ ਚਾਹਾਂਗੀ ਕਿ ਗਵਰਨਮੈਂਟ ITI ਵੂਮੈਨਸ ਲਾਜਪਤ ਨਗਰ ਜਲੰਧਰ ਵਿਖੇ ਕਾਫੀ ਸਾਰੀ ਟ੍ਰੇਡਸ ਚੱਲਦੀਆਂ ਨੇ, ਜਿਸ ਦੀ ਹਰ ਟ੍ਰੇਡ 1-1 ਸਾਲ ਦੀ ਹੈ और इसकी लैब्स एंड प्रैक्टिकल लैब्स दोनों अवेलेबल है। मशीनरी इक्विपमेंट सब कुछ कंप्लीटली है। पहली ट्रेड है अपनी स्विंग टेक्नोलॉजी, सरफेस ऑर्नामेंटेशन टेक्निक कढ़ाई नु कहा जाता है, बेसिक कॉस्मेटोलॉजी पार्लर, फ्रूट एंड वेज प्रोसेसिंग, ड्रेस मेकिंग, फैशन डिजाइन एंड टेक्नोलॉजी, कटिंग स्विंग एंड एम्ब्रॉयडरी ट्रेनिंग, कोपा और हुण एक नवा सब्जेक्ट आ रहा है अपने को पंजाबी स्टेनो। इन्हां सब दी एडमिशन स्टार्ट हो चुकी है। तुसी मन चाहे अपने टॉपिक दे विच ट्रेड दे विच एडमिशन ले सकदे हो। इत्थे दी प्रिंसीपल अपनी रुपिंदर मैम है श्रीमती, इन्हां दा काफी अच्छा कोऑपरेशन हैगा, तुहानू गाइड करन दे विच काफी मदद मिलेगी। हुण असीं गल करदे हां अपने टॉपिक दी, जिस दे उपर असीं अज लैक्चर स्टार्ट कीता है। उसदा नाम है लर्निंग। लर्निंग पहले मैं दसना चाहांगी किसनू कहंदे हैं। लर्निंग दा मतलब हुंदा है सिखना। ਉਹ ਲਰਨਿੰਗ ਜੋ ਕਿ ਸਾਨੂੰ ਸਿਖਾਉਂਦੀ ਹੈ, ਜਿਸ ਦੇ ਵੱਖ-ਵੱਖ ਤੱਤਵ ਹੈਗੇ ਆ, ਕਿੰਨੇ ਬਾਕੀ ਭਾਵਾਂ ਤੋਂ ਅਸੀਂ ਲਰਨਿੰਗ ਨੂੰ ਸਿੱਖਣਾ ਸ਼ੁਰੂ ਕਰਦੇ ਹਾਂ। ਇਸ ਦੇ ਵਿੱਚ ਇੱਕ ਅਲੱਗ ਪ੍ਰੋਸੈਸ ਹੈ, ਜਿਸ ਦੇ ਵਿੱਚ ਕੋਈ ਅੰਡਰਸਟੈਂਡਿੰਗ, ਨੌਲੇਜ, ਬਿਹੇਵੀਅਰ, ਉਸਦੀ ਸਕਿੱਲਸ, ਸਟੱਡੀਜ਼, ਵੈਲਿਊਜ਼, ਐਟੀਟਿਊਡ ਐਂਡ ਪ੍ਰੈਫਰੈਂਸ ਸਭ ਕੁਝ ਮਿਲ ਕੇ ਹੀ ਇੱਕ ਲਰਨਿੰਗ ਨੂੰ ਕੰਪਲੀਟ ਕਰਦਾ ਹੈ। ਲਰਨਿੰਗ ਦਾ ਪ੍ਰੋਸੈਸ ਚਾਹੇ ਕੋਈ ਵੀ ਇਨਸਾਨ ਹੋਵੇ, ਜਾਨਵਰ ਹੋਵੇ, ਕੀੜਾ ਹੋਵੇ ਜਾਂ ਕੁਝ ਐਸੀ ਮਸ਼ੀਨਾਂ ਵੀ ਜੋ ਹਿਊਮਨ ਬੀਇੰਗ ਵੱਲੋਂ ਬਣਾਈਆਂ ਗਈਆਂ, ਜਿਹਦੇ ਚ ਅਸੀਂ ਰੋਬੋਟਸ ਕਹਿ ਦਿੰਦੇ ਹੈਗੇ ਆ, ਇਹ ਜੋ ਹੈ ਲਰਨਿੰਗ ਪ੍ਰੋਸੈਸ ਦੇ ਵਿੱਚ ਆਉਂਦੇ ਆ। ਕਿਉਂਕਿ ਕੋਈ ਵੀ ਜੀਵ ਜੰਤੂ ਜਾਂ ਸਾਹ ਲੈਣ ਵਾਲੇ ਜੋ ਵੀ ਮਨੁੱਖ ਧਰਤੀ ਤੇ ਹੈਗੇ ਆ, ਉਹ ਲਰਨਿੰਗ ਨੂੰ ਕੁਛ ਨਾ ਕੁਛ ਲੈ ਕੇ ਚੱਲਦੇ ਹੈ। ਮਤਲਬ ਕਿ ਕੁਛ ਨਾ ਕੁਛ ਸਿੱਖਦੇ ਹੈ, ਅੱਗੇ ਵਧਦੇ ਹੈ। ਹਰ ਇਨਸਾਨ ਬਿਨਾਂ ਕਿਸੇ ਸਿੱਖੇ ਦੇ ਕਦੀ ਕੋਈ ਅੱਗੇ ਪੀੜੀ ਨਹੀਂ ਚਲਾ ਸਕਦਾ। ਇਸ ਕਰਕੇ ਲਰਨਿੰਗ ਨੂੰ ਸਮਝਣਾ ਔਰ ਵਰਤਣਾ ਦੋਨੋਂ ਹੀ ਬਹੁਤ ਹੀ ਜ਼ਰੂਰੀ ਹੈ। किसी भी फील्ड में तुसी चले जाओ, लर्निंग का एक्सपीरियंस होना बहुत ही जरूरी है। आवाज आ रही है ना मैम सही? हेलो नीलू मैम, आवाज आ रही किनू मैम? किनू मैम आवाज आ रही है? ठीक है। ਉਸਦੇ ਵਿੱਚ ਤੁਹਾਨੂੰ ਮੈਂ ਅੱਗੇ ਦੱਸਣਾ ਚਾਹਾਂਗੀ ਕਿ ਇਸ ਨੂੰ ਆਪਾਂ ਇੱਕ ਪ੍ਰੋਸੈਸ ਦੇ ਵਿੱਚ ਸਟਾਰਟ ਕਰਦੇ ਨੇ। ਇਹ ਉਹ ਸਬਜੈਕਟ ਹੈ ਜੋ ਖਾਸ ਕਰਕੇ ਟੀਚਰ ਟ੍ਰੇਨਿੰਗ ਦੇ ਵਿੱਚ ਇੱਕ ਮਹੱਤਵ ਰੱਖਦਾ ਹੈ, ਕਿਉਂਕਿ ਟੀਚਰ ਟ੍ਰੇਨਿੰਗ ਟ੍ਰੇਡ ਇੱਕ ਐਸੀ ਹੈ ਜਿਹਦੇ ਵਿੱਚ ਬੱਚੇ ਆ ਕੇ ਇੱਕ ਟ੍ਰੇਨਿੰਗ ਲੈਂਦੇ ਹੈ ਕਿ ਅੱਛਾ ਟੀਚਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਉਸਨੂੰ ਕਿਸ ਕਿਸ ਪ੍ਰਭਾਵ ਤੋਂ ਚੱਲਣਾ ਚਾਹੀਦਾ ਹੈ, ਕਿਸ ਤਰੀਕੇ ਨਾਲ ਕੰਮ ਕਰਨਾ ਹੈ, ਕਿਸ ਤਰੀਕੇ ਨਾਲ ਬੋਲਣਾ ਹੈ। ਇਹ ਸਾਰਾ ਕੁਝ ਜੋ ਹੈ ਤੁਹਾਡੇ ਸਬਜੈਕਟ ਵਿੱਚ ਸਮਝਾਇਆ ਜਾਂਦਾ ਹੈ। ਹੁਣ ਅਸੀਂ ਅਗਲੀ ਗੱਲ ਕਰਾਂਗੇ ਲਰਨਿੰਗ ਪ੍ਰੋਸੈਸ ਦੀ, ਕਿ ਐਕਚੁਅਲ ਦੇ ਵਿੱਚ ਲਰਨਿੰਗ ਪ੍ਰੋਸੈਸ ਹੁੰਦਾ ਕੀ ਹੈ, ਲਰਨਿੰਗ ਪ੍ਰੋਸੈਸ ਕਿਹਾ ਕਿਸ ਨੂੰ ਜਾਂਦਾ ਹੈ, ਇਹਦਾ ਆਪਣਾ ਮਹੱਤਵ ਕੀ ਹੈਗਾ। ਤੁਹਾਨੂੰ ਮੈਂ ਸਮਝਾਉਣਾ ਚਾਹਾਂਗੀ, ਸਿੱਖਣ ਦੀ ਕਦੀ ਕੋਈ ਉਮਰ ਨਹੀਂ ਹੁੰਦੀ। ਜਦ ਕੋਈ ਬੱਚਾ ਪੈਦਾ ਹੁੰਦਾ ਹੈ ਤੇ ਉਹ ਆਪਣੀ ਮਾਂ ਦੀ ਕੁੱਖ ਚੋਂ ਕਦੀ ਕੁਝ ਨਹੀਂ ਸਿੱਖ ਕੇ ਆਉਂਦਾ। ਰੱਬ ਦੀ ਦੇਣ ਨਾਲ ਉਹਨੂੰ ਮੂਵਮੈਂਟਸ ਕਰਨਾ ਪਤਾ ਹੁੰਦੀਆਂ ਹੈ, ਸਮੈਲਸ ਲੈਣਾ ਪਤਾ ਹੁੰਦੀਆਂ ਹੈ। ਉਸ ਦੇ ਨਾਲ ਹੀ ਜਦ ਉਸਦੇ ਅਗਲਾ ਪ੍ਰੋਸੈਸ ਚੱਲਦਾ ਹੈ, ਜੋ ਉਸਦੀ ਉਮਰ ਵੱਧਦੀ ਹੈਗੀ ਹੈ, ਉਹ ਚੀਜ਼ਾਂ ਨੂੰ ਸਿੱਖਣਾ ਸ਼ੁਰੂ ਕਰ ਦਿੰਦਾ ਹੈ। ਚੀਜ਼ਾਂ ਸਿੱਖਣ ਦੇ ਲਈ ਦਿਨ ਬੇ ਦਿਨ ਅਸੀਂ ਕੁਛ ਨਾ ਕੁਛ ਦੇਖਦੇ ਹਾਂ, ਕੁਛ ਨਾ ਕੁਛ ਸੁਣਦੇ ਹਾਂ, ਕੁਛ ਨਾ ਕੁਛ ਬੋਲੀ ਸਮਝਦੇ ਹਾਂ। ਅਸੀਂ ਉਸ ਚੀਜ਼ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਹਾਂ ਕਿ ਲਰਨਿੰਗ ਜੋ ਹੈ ਉਹ ਹੈ ਕਿ ਅਸੀਂ ਕੁਛ ਨਾ ਕੁਛ ਸਿੱਖਣਾ ਸ਼ੁਰੂ ਕਰ ਦਿੰਦੇ ਹਾਂ। ਇਹ ਪ੍ਰੋਸੈਸ ਜੋ ਹੈ ਹਰ ਕਿਸੇ ਇਨਸਾਨ ਦੀ ਜ਼ਿੰਦਗੀ 'ਚ ਬਹੁਤ ਹੀ ਲੋੜਮੰਦ ਹੈ। ਇਸ ਦੇ ਨਾਲ ਹੀ ਉਹ ਆਪਣੀ ਮੂਵਮੈਂਟਸ ਜਿਹੜੀਆਂ ਹੈ ਉਹ ਬਦਲਣਾ ਸ਼ੁਰੂ ਕਰ ਦਿੰਦਾ ਹੈ। ਟਾਈਮ ਦੇ ਨਾਲ ਬਦਲਦੇ ਹੋਏ ਉਹ ਆਪਣੇ ਹਰ ਪੜਾਅ ਨੂੰ ਸਿੱਖਣਾ ਸ਼ੁਰੂ ਕਰ ਦਿੰਦਾ ਹੈ। ਤੁਸੀਂ ਹਰ ਘੰਟੇ, ਹਰ ਮਿੰਟ, ਹਰ ਦਿਨ ਕੁਛ ਨਾ ਕੁਛ ਸਿੱਖਦੇ ਹੋ। ਜਿਵੇਂ ਆਪਾਂ ਛੋਟੇ ਬੱਚੇ ਦੀ ਬਾਜੂ ਪਕੜ ਕੇ ਉਸਨੂੰ ਤੁਰਨਾ ਸਿਖਾਉਂਦੇ ਹਾਂ, ਫਿਰ ਉਸਨੂੰ ਦੌੜਨਾ ਸਿਖਾਉਂਦੇ ਹਾਂ, ਉਸਨੂੰ ਪੜ੍ਹਨਾ ਸਿਖਾਉਂਦੇ ਹਾਂ, ਤੇ ਉਸ ਆਪਣੀ ਉਮਰ ਦੇ ਨਾਲ ਹੀ ਸਭ ਕੁਝ ਸਿੱਖਣਾ ਸ਼ੁਰੂ ਕਰ ਦਿੰਦਾ ਹੈ। ਇਸੇ ਤਰੀਕੇ ਨਾਲ ਲਰਨਿੰਗ ਪ੍ਰੋਸੈਸ ਦੇ ਵਿੱਚ ਇੱਕ ਸਬਜੈਕਟ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਟੀਚਿੰਗ ਕਰਵਾਉਣਾ, ਜਿਸ ਦਾ ਮੇਨ ਮਹੱਤਵ ਹੈ ਅੱਜ ਦਾ ਲੈਕਚਰ ਕਿ ਲਰਨਿੰਗ ਹੁੰਦੀ ਕੀ ਹੈ, ਇਸ ਦੇ ਵਿੱਚ ਕਿਹੜੇ ਪੜਾਅ ਹੈ ਜੋ ਤੁਹਾਡੇ ਲਈ ਜ਼ਰੂਰੀ ਹੈ। ਤੇ ਇੱਕ ਅੱਛਾ ਟੀਚਰ ਬਣਨ ਦੇ ਲਈ ਤੁਹਾਨੂੰ ਸਭ ਕੁਝ ਸਮਝ ਆਣੀ ਚਾਹੀਦੀ ਹੈ
ਕਿ ਤੁਹਾਨੂੰ ਕਿਸ ਤਰੀਕੇ ਦਾ ਬਿਹੇਵ ਕਰਨਾ ਚਾਹੀਦਾ ਹੈ, ਕਿਸ ਤਰੀਕੇ ਨਾਲ ਬੋਲਣਾ ਹੋਵੇਗਾ, ਕਿਸ ਤਰੀਕੇ ਨਾਲ ਗੱਲ ਸਮਝਣੀ ਪਵੇਗੀ, ਤੁਹਾਨੂੰ ਆਪਣੇ ਸਟੂਡੈਂਟਸ ਦੇ ਇਮੋਸ਼ਨਸ ਪਤਾ ਹੋਣੇ ਚਾਹੀਦੇ ਹੈ, ਉਹਦਾ ਫੇਸ ਰੀਡਰ ਕਰਨਾ ਆਣਾ ਚਾਹੀਏ, मतलब कि ਤੁਹਾਨੂੰ ਦੇਖਦੇ ਹੀ ਸਮਝ ਆ ਜਾਣੀ ਚਾਹੀਦੀ ਹੈ ਕਿ ਬੱਚੇ ਦੇ ਦਿਮਾਗ 'ਚ ਕੀ ਚੱਲ ਰਿਹਾ ਹੈ, ਉਹ ਤੁਹਾਡੀ ਗੱਲ ਸੁਣ ਰਿਹਾ ਹੈ ਕਿ ਨਹੀਂ ਸੁਣ ਰਿਹਾ। ਇੱਕ ਕਲਾਈਮੇਟ ਬਣਾਉਣਾ ਚਾਹੀਦਾ ਹੈ ਕਲਾਸਰੂਮ ਦਾ, ਜਿਹਦੇ ਨਾਲ ਤੁਹਾਡਾ ਇੱਕ ਬਿਹੇਵੀਅਰ ਨੋਟਿਸ ਕੀਤਾ ਜਾਵੇ, ਸੋਸ਼ਲ ਸਕਿੱਲਸ ਪਤਾ ਹੋਣੀ ਚਾਹੀਦੀਆਂ ਹੈ, ਇੱਕ ਮਾਹੌਲ ਅੱਛਾ ਹੋਣਾ ਚਾਹੀਦਾ ਹੈ, ਫੈਮਿਲੀ ਵਾਂਗ ਇੱਕ ਮੋਟੀਵੇਟ ਕਰਨਾ ਚਾਹੀਦਾ ਹੈ। ਇਹ ਸਭ ਚੀਜ਼ਾਂ ਜੋ ਹੈ ਇੱਕ ਅੱਛੇ ਟੀਚਰਸ ਦੇ ਵਿੱਚ ਆ ਜਾਂਦੀਆਂ, ਜਿਸ ਨੂੰ ਕਿ ਇਹ ਸਭ ਕੁਝ ਸਿੱਖ ਕੇ ਅੱਗੇ ਸਿਖਾਉਣਾ ਪੈਂਦਾ ਹੈ, ਕਿਉਂਕਿ ਲਰਨਿੰਗ ਦਾ ਆਪਣਾ ਇੱਕ ਹੀ ਮੋਟਿਵ ਹੈ, ਸਿੱਖਣਾ ਅਤੇ ਸਿਖਾਉਣਾ। ਇਸੇ ਚੀਜ਼ ਨੂੰ ਅੰਡਰਸਟੈਂਡ ਕਰਦੇ ਹੋਏ ਤੁਸੀਂ ਅਗਲੇ ਪ੍ਰੋਸੈਸ ਦੇ ਵਿੱਚ ਚੱਲਦੇ ਹੋ, ਜਿਸ ਦੇ ਵਿੱਚ ਸਟੂਡੈਂਟਸ ਨੂੰ ਇਸ ਤਰੀਕੇ ਨਾਲ ਇਮੋਸ਼ਨਲੀ ਅੰਡਰਸਟੈਂਡਿੰਗ ਕਰਨੀ ਪਵੇਗੀ ਕਿ ਉਸਨੂੰ ਸਾਰੇ ਸਟੈਪਸ ਜੋ ਆਪਣੇ ਆ ਸਮਝ ਵਿੱਚ ਆ ਜਾਣ ਕਿ ਸਾਨੂੰ ਕਿਸ ਕਿਸ ਤਰੀਕੇ ਦੇ ਨਾਲ ਉੱਠਣਾ, ਬੈਠਣਾ, ਪੜ੍ਹਨਾ, ਲਿਖਣਾ, ਸਮਝਣਾ, ਬੋਲਣਾ ਆ ਸਕੇ। ਹੁਣ ਤੁਹਾਨੂੰ ਮੈਂ ਇਸ ਦੇ ਨਾਲ ਇੱਕ ਹੋਰ ਚੀਜ਼ ਦੱਸਣਾ ਚਾਹਾਂਗੀ। ਲਰਨਿੰਗ ਪ੍ਰੋਸੈਸ ਦੇ ਵਿੱਚ ਕੁਝ ਐਸੇ ਕੰਪੋਨੈਂਟਸ ਹੈਗੇ ਹੈ ਜਿਹਦਾ ਇਸਤੇਮਾਲ ਕਰਕੇ ਇੱਕ ਅੱਛੇ ਟੀਚਿੰਗਸ ਦੇ ਵਿੱਚ ਅਸੀਂ ਰਾਈਟਿੰਗਸ ਨੂੰ ਵਧਾ ਦਿੰਦੇ ਹਾਂ। ਪਹਿਲਾ ਆ ਜਾਂਦਾ ਹੈ ਅਟੈਂਸ਼ਨ। ਅਟੈਂਸ਼ਨ ਤੁਹਾਨੂੰ ਹਮੇਸ਼ਾ ਅਟੈਂਸ਼ਨ 'ਚ ਰਹਿਣਾ ਚਾਹੀਦਾ ਹੈ, ਸਮਝ ਹੋਣੀ ਚਾਹੀਦੀ ਹੈਗੀ ਹੈ ਕਿ ਕੀ ਹੋ ਰਿਹਾ ਹੈ, ਅਪਡੇਟ ਹੋਣਾ ਚਾਹੀਦਾ ਹੈ, ਹਰ ਚੀਜ਼ ਦਾ ਪਤਾ ਹੋਵੇ। ਮੈਮਰੀਜ਼ ਤੇ ਤੁਹਾਨੂੰ ਸਭ ਕੁਝ ਕਲੀਅਰ ਹੋਣਾ ਚਾਹੀਦਾ ਹੈ ਕਿ ਚੀਜ਼ਾਂ ਚੱਲ ਰਹੀਆਂ ਹੈ, ਕੀ ਹੋਣੀਆਂ ਹੈ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਵੇਗਾ। ਲੈਂਗੁਏਜ ਤੁਹਾਨੂੰ ਅੰਡਰਸਟੈਂਡਿੰਗ ਹੋਣੀ ਚਾਹੀਦੀਆਂ ਹੈ, ਖਾਸ ਕਰਕੇ ਤੁਹਾਨੂੰ ਆਪਣੇ ਸਬਜੈਕਟ ਦੀ ਲੈਂਗੁਏਜ ਜੋ ਕੰਪਲੀਟ ਹੋਣੀ ਚਾਹੀਦੀ ਹੈ, ਉਹਦੀ ਪ੍ਰੋਸੈਸਿੰਗ ਕਿੱਥੋਂ ਸਟਾਰਟ ਕਰਨੀ ਹੈ, ਕਿੱਥੇ ਖਤਮ ਕਰਨੀ ਹੈ, ਕਿਸ ਤਰੀਕੇ ਨਾਲ ਚਲਾਣੀ ਹੈ, ਪਤਾ ਹੋਣਾ ਚਾਹੀਦਾ ਹੈ। ਗ੍ਰਾਫੋਮੋਟਿਵਸ ਦੇ ਵਿੱਚ ਵੀ ਤੁਹਾਨੂੰ ਸਮਝ ਹੋਣੀ ਚਾਹੀਦੀ ਹੈ ਕਿ ਜੋ ਰਾਈਟਿੰਗ ਦਾ ਪੜਾਵ ਹੈਗਾ ਉਹ ਕਿਸ ਤਰੀਕੇ ਦਾ ਚੱਲਣਾ ਚਾਹੀਦਾ ਹੈ, ਤਾਂ ਕਿ ਕੁਝ ਵੀ ਆਰਡਰ ਜਾਂ ਕੁਝ ਵੀ ਸੋਚਿਆ ਜਾਏ ਤੇ ਉਸ ਚੀਜ਼ ਨੂੰ ਪੂਰਾ ਕੀਤਾ ਜਾ ਸਕੇ। ਇਹ ਸਾਰੀਆਂ ਚੀਜ਼ਾਂ ਮਿਲ ਕੇ ਇੱਕ ਲਰਨਿੰਗ ਪ੍ਰੋਸੈਸ ਨੂੰ ਕੰਪਲੀਟ ਕਰਦੀਆਂ ਔਰ ਤੁਹਾਨੂੰ ਅੱਛੇ ਤਰੀਕੇ ਨਾਲ ਗਾਈਡ ਕਰਦੀਆਂ, ਤਾਂ ਕਿ ਤੁਸੀਂ ਗੁੱਡ ਟੀਚਿੰਗ ਦੇ ਨਾਲ ਗੁੱਡ ਐਕਸਪੀਰੀਅੰਸ ਲੈ ਸਕੋ। ਹੁਣ ਅਸੀਂ ਅੱਗੇ ਗੱਲ ਕਰਾਂਗੇ ਇੰਪੋਰਟੈਂਸ ਆਫ ਲਰਨਿੰਗ ਦੀ। ਇੰਪੋਰਟੈਂਸ ਦਾ ਮਤਲਬ ਕੀ ਹੁੰਦਾ ਹੈ? ਜ਼ਰੂਰਤ, ਖਾਸ ਕਰਕੇ ਉਸ ਚੀਜ਼ ਦੀ ਜਿਸ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ, ਉਹਦਾ ਕਿਉਂ ਇੰਨੀ ਇੰਪੋਰਟੈਂਸ ਦਿੱਤੀ ਗਈ ਹੈ, ਕਿਉਂ ਇੰਨਾ ਮਹੱਤਵ ਬਣਿਆ ਹੋਇਆ ਹੈ ਕਿ ਲਰਨਿੰਗ ਦੇ ਵਿੱਚ ਤੁਹਾਨੂੰ ਇੰਪੋਰਟੈਂਸ ਵਰਡ ਕਹਿਣਾ ਜ਼ਰੂਰੀ ਹੋ ਜਾਂਦਾ ਹੈ। ਤੇ ਲਰਨਿੰਗ ਦੇ ਵਿੱਚ ਤੁਹਾਨੂੰ ਮੈਂ ਦੱਸਣਾ ਚਾਹਾਂਗੀ ਇੰਪੋਰਟੈਂਟ ਵਰਡ ਬਹੁਤ ਜ਼ਰੂਰੀ ਹੈ, ਕਿਉਂਕਿ ਤੁਹਾਨੂੰ ਆਪਣੇ ਆਪ ਦੇ ਵਿੱਚ ਇਕੱਲੇਪਣ ਦੇ ਵਿੱਚ ਕਾਫੀ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹਨ, ਕਾਫੀ ਚੀਜ਼ਾਂ ਸਮਝਣ ਨੂੰ ਮਿਲਦੀਆਂ ਹੈ, ਜੋ ਕਿ ਤੁਹਾਨੂੰ ਇੱਕ ਨੌਲੇਜ ਦਿੰਦਾ ਹੈ, ਤੁਹਾਡਾ ਇੱਕ ਗੋਲ ਸੈੱਟ ਕਰਦਾ ਹੈ। ਗੋਲ ਅਸੀਂ ਕਹਿ ਦਿੰਦੇ ਹਾਂ ਇੱਕ ਏਮ ਨੂੰ, ਜਿੱਤ ਪੌੜੀ ਤੱਕ ਮਾਈਲਸਟੋਨ ਹੈ, ਜਿੱਥੇ ਤੱਕ ਤੁਸੀਂ ਖੁਦ ਨੂੰ ਪਹੁੰਚਾਉਣਾ ਚਾਹੁੰਦੇ ਹੋ, ਜੋ ਤੁਸੀਂ ਵਿਚਾਰਿਆ ਹੈ, ਧਾਰਿਆ ਹੈ ਕਿ ਮੈਂ ਇਸ ਪੀੜ੍ਹੀ ਤੱਕ ਪਹੁੰਚਣਾ ਹੈ, ਮੈਂ ਇਸ ਚੀਜ਼ ਨੂੰ ਹਾਸਿਲ ਕਰਨਾ ਹੈ, ਮੈਂ ਇਸ ਏਮ ਦੇ ਵਿੱਚ ਜਾਣਾ ਹੈ, ਮੈਂ ਆਪਣੀ ਪੂਰੀ ਸਟੱਡੀ ਕਰਨ ਤੋਂ ਬਾਅਦ ਇਹ ਬਣਨਾ ਹੈ, ਉਸਨੂੰ ਕਿਸ ਤਰੀਕੇ ਨਾਲ ਅੱਗੇ ਪ੍ਰੋਗਰੈਸ ਕਰਨੀ ਹੈ, ਇਹ ਤੁਹਾਡਾ ਇੱਕ ਗੋਲ ਹੋ ਜਾਂਦਾ ਹੈ। ਤੇ ਇੰਪੋਰਟੈਂਸ ਲਰਨਿੰਗ ਦੇ ਵਿੱਚ ਇਹੀ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਹੁੰਦੀਆਂ। ਪਹਿਲੇ ਤੁਹਾਡਾ ਗੋਲ ਕੀ ਹੈਗਾ, ਤੁਸੀਂ ਖੁਦ ਕਿੰਨਾ ਆਪਣੇ ਆਪ ਨੂੰ ਇੰਪਰੂਵ ਕਰੋਗੇ, ਕਿਸ ਤਰੀਕੇ ਨਾਲ ਨੌਲੇਜ ਲਓਗੇ ਔਰ ਆਪਣੀ ਨੌਲੇਜ ਔਰ ਆਪਣੀ ਪੜ੍ਹਾਈ ਨੂੰ ਕਿਸ ਚੀਜ਼ਾਂ ਦੀ ਮਦਦ ਨਾਲ ਖੁਦ ਨੂੰ ਅੱਗੇ ਵਧਾਓਗੇ। ਹੁਣ ਅਸੀਂ ਅਗਲਾ ਸਟੈਪ ਤਿਆਰ ਕਰਾਂਗੇ ਕਿ ਇੰਪੋਰਟੈਂਸ ਐਸਾ ਕੀ ਹੈ ਜਿਸ ਦੇ ਨਾਲ ਤੁਸੀਂ ਆਪਣੀ ਲਰਨਿੰਗ ਨੂੰ ਗਰੋ ਕਰ ਸਕਦੇ ਹੋ। ਤੇ ਪਹਿਲੇ ਸਬਜੈਕਟ ਤੇ ਤੁਹਾਨੂੰ ਟੌਪਿਕ ਦੱਸਿਆ ਜਾਂਦਾ ਹੈ ਲਰਨਿੰਗ ਇਜ਼ ਇੰਪੋਰਟੈਂਟ ਇਨ ਗਰੋਇੰਗ योर इनकम एंड स्टेटस। मतलब कि लर्निंग की चीज है, एक ऐसी जरूरत है जो कि ਤੁਹਾਨੂੰ ਅੱਗੇ ਵਧਣ ਦੇ ਵਿੱਚ ਮਦਦ ਦਿੰਦੀ ਹੈ, ਤੁਹਾਡੀ ਸਕਿੱਲਸ ਨੂੰ ਵਧਾਉਂਦੀ ਹੈ, ਤੁਹਾਡੀ ਨੌਲੇਜ ਨੂੰ ਵਧਾਉਂਦੀ ਹੈ। ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਤੁਹਾਡਾ ਇੱਕ ਅੱਛਾ ਐਕਸਪੀਰੀਅੰਸ ਹੋ ਜਾਂਦਾ ਹੈ ਜਦ ਤੁਸੀਂ ਇੱਕ ਅੱਛੀ ਓਪਰਚੁਨਿਟੀ 'ਚ ਜਾਂਦੇ ਹੋ ਕਿ ਕੀ ਪੜ੍ਹ ਕੇ ਤੁਸੀਂ ਕੀ ਬਣੋਗੇ ਔਰ ਆਪਣੀ ਅੱਛੀ ਇਨਕਮ ਨੂੰ ਵਧਾਓਗੇ। ਕਿਉਂਕਿ ਅਗਰ ਤੁਹਾਡੀ ਤਨਖਾਹ ਸੋਹਣੀ ਹੈ, ਤੁਹਾਡੀ ਇਨਕਮ ਅੱਛੀ ਹੈ, ਤੁਸੀਂ ਆਪਣਾ ਸਟੇਟਸ ਜੋ ਹੈ ਉਹ ਅੱਛਾ ਬਣਾ ਸਕਦੇ ਹੋ। ਉਸਦੇ ਨਾਲ ਡਿਫਰੈਂਸ ਬਹੁਤ ਵੱਡਾ ਹੁੰਦਾ ਹੈ ਕਿ ਜਦ ਇਨਸਾਨ ਦਾ ਹਰ ਇਨਸਾਨ ਅੱਜ ਦੇ ਟਾਈਮ 'ਚ ਖਾਸ ਕਰ ਆਪਣੇ ਸਟੇਟਸ ਨੂੰ ਲੈ ਕੇ ਬਹੁਤ ਹੀ ਜਾਗਰੂਕ ਰਹਿੰਦਾ ਹੈ। ਹਰ ਕਿਸ ਨੂੰ ਨੀਡ ਹੁੰਦੀ ਹੈ ਕਿ ਮੇਰਾ ਸਟੇਟਸ ਅੱਛਾ ਹੋਵੇ, ਮਤਲਬ ਕਿ ਮੇਰਾ ਜੋ ਵੀ ਸਿਫਤਾਂ ਹੈਗੀਆਂ ਉਹ ਵਧੀਆ ਤੋਂ ਵਧੀਆ ਹੋਣ ਤਾਂ ਕਿ ਮੈਂ ਆਪਣੇ ਆਪ ਨੂੰ ਅੱਗੇ ਵਧਾ ਦੇਵਾਂ। ਜੇ ਤੁਹਾਡੀ ਸਿਫਤ ਅੱਛੀ ਹੈ, ਤੁਹਾਡਾ ਕੰਮ ਅੱਛਾ ਹੈ ਤੇ ਤੁਹਾਨੂੰ ਕੋਈ ਅੱਗੇ ਵਧਣ ਤੋਂ ਰੋਕ ਨਹੀਂ ਸਕਦਾ। ਤੇ ਇਹ ਜੋ ਚੀਜ਼ ਹੈ ਲਰਨਿੰਗ ਦੇ ਵਿੱਚ ਬਹੁਤ ਹੀ ਜ਼ਰੂਰੀ ਹੈ। ਨੈਕਸਟ ਸਟੈਪ ਆਪਣਾ ਆ ਜਾਂਦਾ ਲਰਨਿੰਗ ਪਲੇ ਅ ਰੋਲ ਇਨ ਗੈਟਿੰਗ ਅਸੈਸ ਟੂ ਨਿਊ ਓਪਰਚੁਨਿਟੀ। ਮਤਲਬ ਸਿੱਖਣ ਦੇ ਨਾਲ ਤੁਹਾਨੂੰ ਇੱਕ ਇਸ ਤਰੀਕੇ ਦੇ ਪਲੇ ਕਰਨਾ ਪੈਂਦਾ ਹੈ, ਇੱਕ ਰੋਲ ਪਲੇ ਕਰਨਾ ਪੈਂਦਾ ਹੈ, ਮਤਲਬ ਚੱਲਣਾ ਪੈਂਦਾ ਹੈ ਕਿ ਜੋ ਤੁਹਾਨੂੰ ਨਵੀਂ ਅੱਗੇ ਓਪਰਚੁਨਿਟੀਜ਼ ਦਿੰਦਾ। ਓਪਰਚੁਨਿਟੀਜ਼ ਹੋ ਜਾਂਦਾ ਮੌਕੇ ਦੇਣਾ।
ਤੁਹਾਨੂੰ ਕਈ ਮੌਕੇ ਇਸ ਤਰ੍ਹਾਂ ਮਿਲਦੇ ਹੈਗੇ ਲਰਨਿੰਗ ਤੋਂ ਬਾਅਦ, ਜਦ ਤੁਹਾਨੂੰ ਇੱਕ ਚਾਂਸ ਮਿਲਦਾ ਹੈ ਖੁਦ ਨੂੰ ਪ੍ਰੂਫ ਕਰਨ ਦਾ, ਤੁਹਾਡਾ ਐਕਸਪੀਰੀਅੰਸ ਜੋ ਹੈ ਅੱਛੀ ਤਰੀਕੇ ਨਾਲ ਵਧਾਉਣ ਦਾ। ਲਰਨਿੰਗ ਦੇ ਨਾਲ ਤੁਹਾਡੇ ਕਈ ਐਸੇ ਫੰਡਾਮੈਂਟਲਸ ਕੰਪਲੀਟ ਹੋ ਜਾਂਦੇ ਹੈ ਜਿਸ ਦੀ ਤੁਹਾਨੂੰ ਨੀਡਸ ਆਉਣ ਵਾਲੇ ਟਾਈਮ ਦੇ ਵਿੱਚ ਹੋ ਜਾਂਦੀ ਹੈ, ਕਿਉਂਕਿ ਅਸੀਂ ਇਸ ਚੀਜ਼ ਨੂੰ ਮੰਨਦੇ ਹਾਂ ਅਗਰ ਅੱਛੇ ਪੜ੍ਹੇ ਲਿਖੇ ਹੋ, ਅੱਛੀ ਸਮਝ ਵਿਚਾਰ ਦੇ ਨਾਲ ਚੱਲਦੇ ਹੋ ਤੇ ਤੁਹਾਡੇ ਲਈ ਕੋਈ ਵੀ ਸੀੜੀ ਜੋ ਹੈ ਉਹ ਮੁਸ਼ਕਿਲ ਨਹੀਂ ਹੋਵੇਗੀ, ਤੇ ਤੁਹਾਨੂੰ ਆਪਣੇ ਸਬਜੈਕਟ ਐਂਡ ਸਟੈਪਸ ਦੇ ਨਾਲ ਅੱਛੇ ਤਰੀਕੇ ਨਾਲ ਵੱਧ ਕੇ ਅੱਗੇ ਜਾਣਾ ਹੋਵੇਗਾ, ਤਾਂ ਕਿ ਹਰ ਇੱਕ ਓਪਰਚੁਨਿਟੀ ਨੂੰ ਤੁਸੀਂ ਅੱਛੀ ਤਰ੍ਹਾਂ ਅਪਣਾ ਸਕੋ ਔਰ ਉਸ ਦਾ ਸਾਹਮਣਾ ਕਰਕੇ ਖੁਦ ਨੂੰ ਵਧਾ ਸਕੋ। नेक्स्ट स्टेप अपना अंदर लर्निंग हेल्प सेल्फ कॉन्फिडेंस। लर्निंग हेल्प क्यों? क्योंकि अगर तुसी अच्छी स्किल्स पाइया हुई हैं, अच्छी समझ क्षमता रखते हो ਤੇ ਤੁਹਾਡਾ ਸੈਲਫ ਕੌਨਫੀਡੈਂਸ ਬਹੁਤ ਵਧੀਆ ਹੋਵੇਗਾ, ਮਤਲਬ ਤੁਹਾਨੂੰ ਖੁਦ ਤੇ ਜੋ ਯਕੀਨ ਹੈ ਉਹ ਬਹੁਤ ਵਧੀਆ ਨਾਲ ਵਧੇਗਾ। ਤੁਸੀਂ ਇਹ ਚ ਦੇਖ ਸਕਦੇ ਹੋ ਇੱਕ ਪਿਕਚਰ ਹੈ, ਉਸ ਪਿਕਚਰ ਚ ਕੀ ਹੈ, ਇੱਕ ਮਨੁੱਖ ਨੇ ਸ਼ੀਸ਼ੇ ਵਿੱਚ ਖੁਦ ਨੂੰ ਦੇਖਿਆ, ਉਸਦੇ ਹੱਥ ਵਿੱਚ ਕੁਝ ਨਹੀਂ ਹੈ ਪਰ ਉਸਨੇ ਆਪਣਾ ਇੱਕ ਥੰਬ ਸਟੈਂਡ ਕੀਤਾ ਹੈ, ਖੁਦ ਨੂੰ ਥੰਬਸ ਅਪ ਕੀਤਾ ਹੈ ਅੱਛੇ ਵਾਸਤੇ। ਤੇ ਸਾਨੂੰ ਸ਼ੀਸ਼ੇ 'ਚ ਕੀ ਦਿਖਾਈ ਦੇ ਰਿਹਾ, ਉਹਦੀ ਜੋ ਛਾਇਆ ਹੈਗੀ ਹੈ ਉਸਦੇ ਵਿੱਚ ਇੱਕ ਅਚੀਵਮੈਂਟ ਦਾ ਗੋਲ ਹੈ, ਉਹਦੇ ਹੱਥ 'ਚ ਇੱਕ ਟਰੋਫੀ ਹੈਗੀ ਹੈ, मतलब कि उसने अपने आप ਨੂੰ ਵਿਸ਼ਵਾਸ ਦਿਲਾਇਆ ਹੋਇਆ ਹੈ ਕਿ ਮੈਂ ਜੋ ਹੈ ਇਸ ਚੀਜ਼ ਦੇ ਵਿੱਚ ਹਾਸਲ ਕਰਾਂਗਾ ਜਿੱਤ। ਤੇ ਜੋ ਤੁਸੀਂ ਸੋਚੋਗੇ, ਜਿਸ ਤਰ੍ਹਾਂ ਦੀ ਤੁਸੀਂ ਥਿੰਕਿੰਗ ਰੱਖਦੇ ਹੋ, ਉਸੇ ਸਟੈਪ ਦੇ ਨਾਲ ਤੁਹਾਨੂੰ ਅੱਗੇ ਵਧਣ ਨੂੰ ਮਿਲਦਾ ਹੈ। ਜੇ ਤੁਸੀਂ 네ਗੇਟਿਵ ਸੋਚੋਗੇ ਤੇ ਤੁਹਾਡੇ ਲਈ 네ਗੇਟਿਵ ਸੀਰੀਜ਼ ਖੜੀ ਹੋਣਗੀਆਂ, ਹਿੰਮਤ ਹਾਰ ਜਾਓਗੇ ਤੇ ਤੁਸੀਂ ਆਪਣੇ ਪ੍ਰੋਸੈਸ ਨਾਲ, ਆਪਣੇ ਸੈਲਫ ਕੌਨਫੀਡੈਂਸ ਨਾਲ ਕਦੀ ਨਹੀਂ ਲੜ ਪਾਓਗੇ। ਤੇ ਤੁਹਾਨੂੰ ਆਪਣੇ ਆਪ ਦੇ ਉੱਪਰ ਸਭ ਤੋਂ ਪਹਿਲੇ ਕੌਨਫੀਡੈਂਟ ਹੋਣਾ ਚਾਹੀਦਾ ਹੈ, ਦੈਨ ਆਪਣੀ ਸਕਿੱਲਸ ਨੂੰ ਇੰਪਰੂਵਮੈਂਟ ਦੇ ਵਿੱਚ ਲੈ ਕੇ ਚਾਹੀਦਾ ਹੈ, ਤੁਹਾਡੀ ਮੈਂਟਲ ਨੀਡਸ ਜਿਹੜੀਆਂ ਹੈਗੀਆਂ ਉਹਨੂੰ ਕੰਟਰੋਲ 'ਚ ਰੱਖਣਾ ਹੋਵੇਗਾ, ਇਮੋਸ਼ਨਸ ਜਿਹੜੀ ਹੈਗੀਆਂ ਉਹਨਾਂ ਨੂੰ ਵਧਾਉਣਾ ਹੋਵੇਗਾ, ਆਪਣੀ ਸਕਿੱਲਸ ਨੂੰ, ਆਪਣੇ ਨੌਲੇਜ ਨੂੰ, ਐਕਸਪੀਰੀਅੰਸ ਨੂੰ ਵਧਾਉਣਾ ਹੋਵੇਗਾ, ਜਿਹਦੇ ਨਾਲ ਤੁਹਾਨੂੰ ਹਰ ਚੀਜ਼ ਦੇ ਨਾਲ ਸਾਹਮਣਾ ਕਰਨ ਦੇ ਵਿੱਚ ਹੈਲਪ ਮਿਲੇਗੀ ਔਰ ਹਰ ਮੁਸ਼ਕਿਲ ਤੋਂ ਮੁਸ਼ਕਿਲ ਕੰਮ ਨੂੰ ਤੁਸੀਂ ਵਧੀਆ ਤਰੀਕੇ ਨਾਲ ਬਣਾ ਕੇ ਚਲੋਗੇ ਔਰ ਤੁਸੀਂ ਹਮੇਸ਼ਾ ਬੈਨੀਫਿਟ ਜੋ ਹੈ ਉਸ ਨੂੰ ਹੀ ਹਾਸਿਲ ਕਰੋਗੇ। ਨੈਕਸਟ ਪੁਆਇੰਟ ਆਪਣਾ ਆ ਜਾਂਦਾ ਹੈ, ਇਟ ਡਿਵੈਲਪ ਐਂਡ ਹੈਲਪ ਯੂਰ ਗਰੋਥ ਕਰਵਸ। ਮਤਲਬ ਕਿ ਤੁਹਾਡੀ ਡਿਵੈਲਪਮੈਂਟ ਜਿਹੜੀ ਹੈਗੀ ਹੈ, ਤੁਹਾਡੀ ਗਰੋਥ ਦੇ ਜਿਹੜੇ ਵਿੱਚ ਰਸਤੇ ਵਿੱਚ ਕਰਵਸ ਆਉਂਦੇ ਆ, ਮੋੜ ਤੋੜ ਆਉਂਦੇ ਆ, ਉਹਦੇ ਵਿੱਚ ਵਧਣ ਦੇ ਵਿੱਚ ਤੁਹਾਨੂੰ ਮਦਦ ਮਿਲਦੀ ਹੈ। ਇਸ ਦੇ ਵਿੱਚ ਬੜੀ ਐਗਜ਼ਾਮਪਲ ਅੱਛੀ ਹੈ, ਕਿਹਾ ਜਾਂਦਾ ਹੈ ਕਿ ਜਦ ਵੀ ਮਨੁੱਖ ਕਿਸੇ ਚੰਗੀ ਸੀੜੀ ਦੇ ਉੱਪਰ ਚੱਲਣਾ ਸ਼ੁਰੂ ਕਰਦਾ ਹੈ ਤੇ ਉਸਨੂੰ ਰਸਤੇ ਵਿੱਚ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਜੋ ਕੱਟ ਜਾਂਦਾ ਹੈ ਉਹੀ ਜੋ ਮੰਜ਼ਿਲ ਨੂੰ ਹਾਸਿਲ ਕਰਦਾ ਹੈ। ਇਸ ਪਿਕਚਰ 'ਚ ਤੁਹਾਨੂੰ ਦਿਖਾਇਆ ਹੋਏਗਾ ਕਿ ਇੱਕ ਪਰਸਨ ਦੀ ਜੋ ਹੈ ਬੜਾਵ ਚੱਲ ਰਿਹਾ ਹੈ, ਬਟ ਉਸਦੀ ਜੋ ਸਟੇਅਰਸ ਹੈਗੀਆਂ ਸਾਰੀ ਅਨਈਵਨ ਜ਼ਿਗਜ਼ੈਗ ਦੇ ਵਿੱਚ ਹੈ, ਮਤਲਬ ਕਿ ਉਹਨੂੰ ਚੜਨ ਦੇ ਵਿੱਚ ਮੁਸ਼ਕਿਲ ਆਏਗੀ। ਤੇ ਇਸ ਤਰੀਕੇ ਨਾਲ ਤੁਹਾਨੂੰ ਕੀ ਦੱਸਿਆ ਜਾਂਦਾ ਹੈ, ਲਰਨਿੰਗ ਤੁਹਾਨੂੰ ਸਿਖਾਉਂਦੀ ਹੈ ਕਿ ਜਿਸ ਤਰ੍ਹਾਂ ਦੀ ਮਰਜ਼ੀ ਮੁਸੀਬਤ ਆ ਜਾਏ, ਕੋਈ ਵੀ ਚੀਜ਼ ਨੂੰ ਅਗਰ ਤੁਸੀਂ ਅੱਗੇ ਵਧੋਗੇ ਤੇ ਤੁਹਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਤੁਹਾਡੀ ਗਰੋਥ ਨੂੰ ਵਧਾਉਣ ਦੇ ਲਈ ਤੁਹਾਨੂੰ ਨੀਡਸ ਹੈਗੀਆਂ ਆਪਣੀ ਫੈਸਿਲਿਟੀਜ਼ ਦੀ, ਪ੍ਰੋਗਰੈਸ ਦੀ, ਡਿਵੈਲਪਮੈਂਟ ਦੀ। ਖੁਦ ਨੂੰ ਅਗਰ ਜਦ ਵਧਾਓਗੇ, ਹਰ ਪੜਾਵ ਤੋਂ ਅੱਗੇ ਨਿਕਲੋਗੇ ਤੇ ਤੁਹਾਨੂੰ ਕਿਸੇ ਵੀ ਮੋੜ ਦੇ ਵਿੱਚ ਪ੍ਰੋਬਲਮਸ ਨਹੀਂ ਆਉਣਗੀਆਂ। ਅਰਥਾਤ ਕਿ ਇਸ ਚੀਜ਼ ਦਾ ਮਤਲਬ ਹੈ, ਜੇ ਤੁਸੀਂ ਜਿਸ ਤਰੀਕੇ ਦੀ ਜੌਬ ਦੇ ਵਿੱਚ ਜਾਣਾ ਚਾਹੋਗੇ ਤੇ ਤੁਹਾਨੂੰ ਉਸਦੇ ਲਈ ਪਹਿਲੇ ਆਪਣੀ ਸਕਿੱਲਸ ਨੂੰ ਉਸਦੇ ਕੰਪੈਰੀਟਿਵਲੀ ਇੰਪਰੂਵ ਕਰਨਾ ਪਵੇਗਾ, ਵਧਾਉਣਾ ਪਵੇਗਾ, ਜਿਸ ਨੂੰ ਅਸੈਪਟ ਕਰਕੇ ਤੁਸੀਂ ਉਸੇ ਜੌਬ ਦੇ ਵਿੱਚ ਆਪਣੀ ਸਕਸੈਸ ਜੋ ਹਾਸਿਲ ਕਰੋਗੇ ਔਰ ਜਿਸ ਤਰ੍ਹਾਂ ਦਾ ਮਰਜ਼ੀ ਮੋੜ ਆ ਜਾਵੇ ਉਸਨੂੰ ਵੱਧ ਕੇ ਹਾਸਿਲ ਨਾਲ ਪਾਰ ਕਰੋਗੇ। नेक्स्ट स्टेप अपना आंदा है, लर्निंग इज इंपॉर्टेंट इन अचीविंग योर गोल। मतलब ਸਿੱਖਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਕੁਝ ਆਪਣੇ ਏਮ ਨੂੰ ਪੂਰਾ ਕਰਨਾ ਚਾਹੁੰਦੇ ਹੋ, ਆਪਣੇ ਇੱਕ ਮਾਈਲਸਟੋਨ ਤੱਕ ਪਹੁੰਚਣਾ ਚਾਹੁੰਦੇ ਹੋ। ਮਾਈਲਸਟੋਨ ਅਸੀਂ ਕਿਸ ਨੂੰ ਕਹਿੰਦੇ ਆ, ਇੱਕ ਐਸਾ ਪੱਥਰ ਜੋ ਤੁਹਾਨੂੰ ਇੱਕ ਨਿਸ਼ਾਨ ਦੱਸਦਾ ਹੈ ਕਿ ਇਹ ਜਗ੍ਹਾ ਇੱਥੋਂ ਦੀ ਇੰਨੀ ਦੂਰੀ ਤੇ ਹੈ। ਜਿਸ ਤਰ੍ਹਾਂ ਤੁਸੀਂ ਦੇਖਿਆ ਹੋਵੇਗਾ ਕਈ ਵਾਰ ਸੜਕਾਂ ਦੇ ਉੱਪਰ ਜਾਓ, ਲੱਗੇ ਹੁੰਦੇ ਆ ਛੋਟੇ ਛੋਟੇ ਮੀਟਰਸ ਦੇ ਉਹਦੇ ਤੇ ਉੱਪਰ, ਕਿਲੋਮੀਟਰਸ ਦੂਰੀ ਦੇ ਉੱਪਰ ਕਿ ਇੰਨੇ ਕਿਲੋਮੀਟਰ ਰਹਿ ਗਏ, ਉਹ ਕੀ ਇੱਕ ਮਾਈਲਸਟੋਨ ਹੈ ਜੋ ਤੁਹਾਡੀ ਮੰਜ਼ਿਲ ਤੱਕ ਪਹੁੰਚਣ ਲਈ ਤੁਹਾਨੂੰ ਇੱਕ ਨਿਸ਼ਾਨ ਦਿੱਤਾ ਗਿਆ। ਇਸੇ ਤਰੀਕੇ ਨਾਲ ਇਸ ਦੇ ਵਿੱਚ ਇਸ ਐਗਜ਼ਾਮਪਲ ਨੂੰ ਰੱਖਦੇ ਹੋਏ ਤੁਹਾਨੂੰ ਮੈਂ ਦੱਸਾਂਗੀ, ਹਮੇਸ਼ਾ ਆਪਣਾ ਕੋਈ ਵੀ ਗੋਲ ਜੋ ਰੱਖਦੇ ਹੋ ਉਸ ਨੂੰ ਪੂਰਾ ਕਰਨ ਲਈ ਤੁਹਾਨੂੰ ਸਿੱਖਣਾ ਪਵੇਗਾ ਕਿ ਮੈਨੂੰ ਉਸ ਸਟੈਪ ਤੱਕ ਜਾਣਾ ਹੈ ਤੇ ਮੈਨੂੰ ਕੀ ਕੀ ਚੀਜ਼ਾਂ
ਸਿੱਖਣੀਆਂ ਹੈ। ਇਸ ਦੇ ਵਿੱਚ ਤੁਹਾਨੂੰ ਮੈਂ ਐਗਜ਼ਾਮਪਲ ਦੇਣੀ ਆ, ਅਗਰ ਤੁਸੀਂ ਇੱਕ ਅੱਛੇ ਟੀਚਰਸ ਬਣਨਾ ਚਾਹੁੰਦੇ ਹੋ ਤੇ ਤੁਹਾਨੂੰ ਆਪਣੀ ਟੀਚਿੰਗ ਜੋ ਪ੍ਰੋਸੈਸ ਹੈ ਉਸਨੂੰ ਪੂਰੇ ਅੱਛੇ ਤਰੀਕੇ ਨਾਲ ਕੰਪਲੀਟ ਕਰਨਾ ਹੋਵੇਗਾ। ਉਸਦੇ ਵਿੱਚ ਜਿੰਨੇ ਵੀ ਲੈਸਨਸ ਹੈਗੇ ਆ ਤੁਹਾਨੂੰ ਉਹ ਕੰਪਲੀਟਲੀ ਰੀਡਿੰਗ ਚ ਹੋਣੇ ਚਾਹੀਦੇ ਆ, ਲਰਨਿੰਗ ਚ ਹੋਣੇ ਚਾਹੀਦੇ ਆ। ਇੰਡੀਵਿਜੂਅਲੀ ਤੁਸੀਂ ਉਸ ਸਟੈਪ ਨੂੰ ਪੂਰਾ ਜੋ ਹੈ ਗੋਲ ਨੂੰ ਕੰਪਲੀਟ ਕਰੋਗੇ ਔਰ ਆਪਣੇ ਮੋਟਿਵ ਨੂੰ ਵਧਦੇ ਹੋਏ, ਇਸ ਨੌਲੇਜ ਨੂੰ ਲੈਂਦੇ ਹੋਏ, ਸਭ ਦੇ ਨਾਲ ਸਾਂਝਾ ਕਰਦੇ ਹੋਏ ਆਪਣੀ ਉਸ ਮੰਜ਼ਿਲ ਤੱਕ ਪਹੁੰਚੋਗੇ। ਪਰ ਜੇ ਤੁਹਾਨੂੰ ਅਗਰ ਉਸ ਚੀਜ਼ ਦੀ ਨੌਲੇਜ ਨਹੀਂ ਹੈ ਤੇ ਤੁਸੀਂ ਉਸ ਮੰਜ਼ਿਲ ਤੱਕ ਪਹੁੰਚਣਾ ਬਹੁਤ ਹੀ ਮੁਸ਼ਕਿਲ ਹੋ ਜਾਵੇ। ਨੈਕਸਟ ਆ ਜਾਂਦਾ ਹੈ ਇੰਪੋਰਟੈਂਸ ਆਫ ਲਰਨਿੰਗ ਇਨ ਮੇਕਿੰਗ ਯੂ ਹੈਪੀ। ਮਤਲਬ ਕਿ ਲਰਨਿੰਗ ਜਿਹੜੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਤਾਂ ਕਿ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖ ਸਕੋ। ਉਸ ਦਾ ਸਭ ਤੋਂ ਵੱਡੀ ਗੱਲ ਇਹ ਹੈ, ਅਗਰ ਤੁਹਾਨੂੰ ਸਭ ਕੁਝ ਸਿੱਖਿਆ ਹੋਇਆ ਹੈ, ਤੁਹਾਨੂੰ ਨੌਲੇਜ ਹੈਗੀ ਆਪਣੇ ਕੰਮਕਾਜ ਦੀ, ਤੁਹਾਨੂੰ ਕੋਈ ਮਾਤ ਨਹੀਂ ਦੇ ਸਕਦਾ, ਤੁਸੀਂ ਹਰ ਪੜਾਵ ਦੇ ਵਿੱਚ ਹਰ ਮੁਸ਼ਕਿਲ ਦੇ ਲਈ ਅੱਛੀ ਤੋਂ ਅੱਛੀ ਲੜਾਈ ਕਰਕੇ ਉਸ ਚੀਜ਼ ਨੂੰ ਹਾਸਿਲ ਕਰ ਸਕਦੇ ਹੋ। ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਜੋ ਵੀ ਤੁਹਾਡੀ ਨੌਲੇਜ ਹੈ, ਐਕਸਪੀਰੀਅੰਸ ਹੈ, ਤੁਹਾਡੀ ਸਕਿੱਲਸ ਹੈਗੀਆਂ, ਉਹ ਗੁੱਡ ਓਪਰਚੁਨਿਟੀਜ਼ ਮਿਲ ਜਾਂਦੀਆਂ ਤੁਹਾਨੂੰ ਜੌਬ ਕਰੀਅਰ ਨੂੰ ਸਕਸੈਸ ਦੇ ਵਿੱਚ ਲਿਆਉਣ ਦੇ ਲਈ। ਇਟ ਮੀਨਸ ਕਿ ਅਗਰ ਤੁਹਾਡੀ ਸਟੱਡੀ ਕੁਆਲੀਫਿਕੇਸ਼ਨ ਅੱਛੀ ਹੈਗੀ ਹੈ, ਤੁਹਾਡਾ ਐਕਸਪੀਰੀਅੰਸ ਪ੍ਰੈਕਟੀਕਲ ਹੋਏ ਚਾਹੇ ਥਿਉਰੀ ਹੋਵੇ, ਦੋਨਾਂ ਅੱਛਾ ਹੈਗਾ ਤੇ ਤੁਹਾਨੂੰ ਜੌਬ ਓਪਰਚੁਨਿਟੀਜ਼ ਨੂੰ ਹਾਸਿਲ ਕਰਨ ਦੇ ਵਿੱਚ ਕਦੀ ਕੋਈ ਪ੍ਰੋਬਲਮ ਨਹੀਂ ਆਏਗੀ। ਔਰ ਇਸ ਦੇ ਨਾਲ ਹੀ ਅਗਰ ਤੁਹਾਡਾ ਸਟੇਟਸ ਅੱਛਾ ਬਣ ਜਾਂਦਾ ਹੈ ਤੇ ਤੁਹਾਡਾ ਸੋਸਾਇਟੀ ਵਿੱਚ ਇੱਕ ਰਿਸਪੈਕਟਲੀ ਬਹੁਤ ਇਮੇਜ ਵੱਧ ਜਾਏ। ਉਸ ਤੋਂ ਬਾਅਦ ਅਸੀਂ ਅਗਲੇ ਟੌਪਿਕ ਤੇ ਚੱਲਾਂਗੇ, ਇੰਪੋਰਟੈਂਸ ਆਫ ਲਰਨਿੰਗ ਫॉर ਪਰਸਨਲ ਡਿਵੈਲਪਮੈਂਟ। ਮਤਲਬ ਲਰਨਿੰਗ ਦੇ ਵਿੱਚ ਪਰਸਨਲ ਡਿਵੈਲਪਮੈਂਟ ਨੂੰ ਕਰਨ ਦੇ ਲਈ ਇੰਪੋਰਟੈਂਸ ਕਿਉਂ ਰੱਖੀ ਜਾਂਦੀ ਹੈ? ਇਸ ਤਰੀਕੇ ਨਾਲ ਕਿਉਂਕਿ ਅਗਰ ਲਰਨਿੰਗ ਦੇ ਵਿੱਚ ਤੁਸੀਂ ਅੱਛੇ ਪੜਾਵ ਨੂੰ ਲੈ ਕੇ ਨਹੀਂ ਚੱਲਦੇ ਹੋ ਤੇ ਤੁਹਾਡੀ ਲਰਨਿੰਗ ਜਿਹੜੀ ਹੈਗੀ ਉਹ ਇਨਕੰਪਲੀਟ ਹੋ ਜਾਏਗੀ। ਅਗਰ ਤੁਸੀਂ ਆਪਣੀ ਪਰਸਨਲ ਡਿਵੈਲਪਮੈਂਟ ਕਰੋਗੇ ਤੇ ਤੁਸੀਂ ਟਾਈਮ ਦੇ ਨਾਲ ਬਦਲਦੇ ਹੋਏ ਹਰ ਪੜਾਵ ਨੂੰ ਅਪਣਾ ਸਕੋਗੇ। ਜਿਸ ਤਰ੍ਹਾਂ ਕਿ ਇਹਦੇ ਚ ਆਪਾਂ ਐਗਜ਼ਾਮਪਲ ਦਿੰਨੇ ਆ, ਹਰ ਟਾਈਮ ਹਰ ਕੁਝ ਸਾਲ ਬਾਅਦ ਸਿਲੇਬਸ ਚੇਂਜ ਹੋ ਰਿਹਾ ਹੈ, ਕੁਝ ਨਾ ਕੁਝ ਸਟੱਡੀ ਦੇ ਵਿੱਚ ਇੰਪਰੂਵਮੈਂਟ ਹੋ ਰਹੀ ਹੈ, ਤੁਹਾਡੀ ਹੌਬੀਜ਼ ਜਿਹੜੀਆਂ ਟਾਈਮ ਦੇ ਨਾਲ ਚੇਂਜ ਹੋ ਜਾਂਦੀਆਂ। ਪਹਿਲੇ ਕੁਝ ਹੋਰ ਪਸੰਦ ਸੀ, ਆਉਣ ਵਾਲੇ ਟਾਈਮ ਤੇ ਤੁਹਾਨੂੰ ਕੁਝ ਹੋਰ ਪਸੰਦ ਹੋ ਗਿਆ। ਤੇ ਉਸ ਦੇ ਵਿੱਚ ਕੀ ਚੀਜ਼ ਹੈਗੀ ਹੈ, ਤੁਹਾਨੂੰ ਆਪਣਾ ਇੰਟਰਸਟ ਬਣਾ ਕੇ ਰੱਖਣਾ ਪਵੇਗਾ ਕਿ ਜਿਸ ਦੇ ਨਾਲ ਤੁਹਾਨੂੰ ਇਹ ਦੇਖਣ ਨੂੰ ਮਿਲ ਜਾਂਦਾ ਹੈ ਕਿ ਅਸੀਂ ਕਰਨਾ ਕੀ ਹੈ, ਅਸੀਂ ਕਿਸ ਤਰੀਕੇ ਨੇ ਕਿਹੜੀ ਅਚੀਵਮੈਂਟਸ ਨੂੰ ਸਿੱਖਣਾ ਹੈ ਤਾਂ ਕਿ ਅਸੀਂ ਅੱਗੇ ਹੋਰ ਵੀ ਵੱਧ ਸਕੀਏ। ਤੁਹਾਡੀ ਪਰਸਨਲ ਡਿਵੈਲਪਮੈਂਟ ਹੋਣਾ ਬਹੁਤ ਜ਼ਰੂਰੀ ਹੈ। ਉਹ ਤਦ ਹੀ ਹੋ ਪਾਏਗੀ ਜਦ ਤੁਸੀਂ ਸਮੇਂ ਦੇ ਨਾਲ ਚੀਜ਼ਾਂ ਨੂੰ ਸਿੱਖਦੇ ਰਹੋਗੇ। ਨਿਊ ਜੋ ਚੈਪਟਰਸ ਹੈ ਉਹਨਾਂ ਨੂੰ ਰੀਡਿੰਗ ਕਰਕੇ ਉਹਨਾਂ ਦਾ ਐਕਸਪੀਰੀਅੰਸ ਲਵੋਗੇ, ਆਪਣੇ ਕੰਮ ਨੂੰ ਟਾਈਮਲੀ ਜੋ ਹੈ ਸਿੱਖਦੇ ਰਹੋਗੇ, ਚਾਹੇ ਉਹ ਪ੍ਰੈਕਟੀਕਲ ਹੈ ਚਾਹੇ ਉਹ ਥਿਉਰੀ ਹੈ, ਤੇ ਤੁਹਾਨੂੰ ਇੱਕ ਡਿਵੈਲਪਮੈਂਟ ਮਿਲਦੀ ਰਹੇਗੀ ਔਰ ਤੁਹਾਨੂੰ ਇਸ ਚੀਜ਼ ਦੇ ਵਿੱਚ ਲਰਨਿੰਗ ਬਹੁਤ ਹੈਲਪ ਕਰਦੀ ਹੈ ਤੁਹਾਡੇ ਆਉਣ ਵਾਲੇ ਪੜਾਵਾਂ ਨੂੰ ਪਾਰ ਕਰਨ ਲਈ। ਉਸ ਤੋਂ ਅਗਲਾ ਅਸੀਂ ਸਟੈਪ ਦੇਖਦੇ ਹਾਂ, ਇੰਪੋਰਟੈਂਸ ਆਫ ਲਰਨਿੰਗ ਫॉर ਪ੍ਰੋਫੈਸ਼ਨਲ ਡਿਵੈਲਪਮੈਂਟ। ਪ੍ਰੋਫੈਸ਼ਨਲ ਅਸੀਂ ਕਿਸ ਨੂੰ ਕਹਿੰਦੇ ਆ? ਜੋ ਇੱਕ ਐਸਾ ਪਰਸਨ ਜਿਸ ਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਹੁੰਦਾ ਹੈ, ਉਹ ਆਪਣੇ ਕੰਮ ਦੇ ਵਿੱਚ ਮਾਹਿਰ ਹੁੰਦਾ ਹੈ, ਉਸਨੂੰ ਉਹਦਾ ਘੱਟ ਵੱਧ ਕੰਮ ਕਰਨ ਦਾ ਸਭ ਐਕਸਪੀਰੀਅੰਸ ਹੁੰਦਾ ਹੈ, ਉਹ ਤੁਹਾਨੂੰ ਹਰ ਕੁਐਸਚਨ ਦਾ ਜਵਾਬ ਦੇ ਸਕਦਾ ਹੈ, ਉਸਨੂੰ ਅਸੀਂ ਪ੍ਰੋਫੈਸ਼ਨਲ ਕਹਿੰਦੇ ਆ। ਉਸ ਦੇ ਨਾਲ ਹੀ ਇੱਕ ਬਹੁਤ ਹੀ ਅੱਛਾ ਪੀੜ੍ਹੀ ਜੁੜੀ ਹੋਈ ਹੈ ਜਿਸ ਨੂੰ ਅਸੀਂ ਕਹਿੰਦੇ ਆ ਉਹਦੀ ਹਾਇਰ ਸਟੱਡੀ ਕੁਆਲੀਫਿਕੇਸ਼ਨ। ਅਗਰ ਉਹ ਆਪਣੀ ਪ੍ਰੈਕਟੀਕਲੀ ਦੇ ਨਾਲ ਥਿਉਰੀ ਦੇ ਵਿੱਚ ਵੀ ਪਰਫੈਕਟ ਹੈਗਾ ਆ, ਹਰ ਤਰੀਕੇ ਦੀ ਸਟੱਡੀਜ਼ ਦੇ ਨਾਲ ਰਿਲੇਟਡ ਉਸੇ ਟੌਪਿਕਸ ਨੂੰ ਜਾਣਦਾ ਹੈ, ਤੇ ਉਹ ਪ੍ਰੋਫੈਸ਼ਨਲੀ ਹੋਏਗਾ, ਉਹਦੀ ਹਾਇਰ ਐਜੂਕੇਸ਼ਨ ਹੋਏਗੀ, ਉਹਦਾ ਹਾਇਰ ਐਕਸਪੀਰੀਅੰਸ ਹੋਵੇਗਾ ਤੇ ਉਸ ਦੇ ਵਿੱਚ ਉਸਨੂੰ ਕਾਫੀ ਮਦਦ ਮਿਲ ਜਾਏਗੀ। ਹਾਂਜੀ, ਹੁਣ ਅਸੀਂ ਇਸ ਦੇ ਵਿੱਚ ਗੱਲ ਕਰ ਰਹੇ ਸੀਗੇ ਤਾਂ ਇੰਪੋਰਟੈਂਸ ਆਫ ਲਰਨਿੰਗ ਦੇ ਵਿੱਚ ਕਿ ਪ੍ਰੋਵਾਈਡਿੰਗ ਕੀ ਚੀਜ਼ਾਂ ਹੈ। ਦੇਖੋ ਇਸ ਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਦੱਸਿਆ ਹੈ ਕਿ ਜੋ ਵੀ ਪਰਸਨ ਹੈ ਉਹ ਆਪਣੇ ਪ੍ਰੋਫੈਸ਼ਨਲ ਡਿਵੈਲਪਮੈਂਟ ਨੂੰ ਜਦ ਵਧਾਉਂਦਾ ਹੈ, ਉਹਨੂੰ ਬੂਸਟ ਕਰਦਾ ਹੈ ਤੇ ਉਹ ਇੱਕ ਸੈਟੀਸਫਾਈ ਹੋ ਕੇ ਰਹਿੰਦਾ ਹੈ, ਉਹਨੂੰ ਪੂਰਾ ਕੌਨਫੀਡੈਂਸ ਹੁੰਦਾ ਹੈ ਕਿ ਮੈਂ ਇਸ ਕੰਮ ਦੇ ਵਿੱਚ ਮਾਹਿਰ ਹਾਂ, ਮੈਂ ਇਸ ਕੰਮ ਦੇ ਵਿੱਚ ਕਾਫੀ ਐਕਸਪੀਰੀਅੰਸ ਪਾਇਆ ਹੋਇਆ ਹੈ। ਉਸਦੀ ਜੋ ਕੁਆਲੀਫਿਕੇਸ਼ਨ ਹੈਗੀ ਹੈ ਉਸਨੂੰ ਪ੍ਰਮੋਟ ਕਰਦਾ ਹੈ ਔਰ ਉਹ ਸੈਟੀਸਫਾਈ ਜੌਬਸ ਦੇ ਨਾਲ ਪੂਰਾ ਇੰਪਲੀਮੈਂਟ ਕਰਦਾ ਹੋਇਆ ਪ੍ਰੋਫੈਸ਼ਨਲ ਆਪਣੀ ਡਿਵੈਲਪਮੈਂਟ ਨੂੰ ਸ਼ੋ ਕਰਦਾ ਹੈ। ਇਸ ਤਰੀਕੇ ਦੇ ਨਾਲ ਤੁਸੀਂ ਕੀ ਦੇਖ ਸਕਦੇ ਹੋ, ਇੱਕ ਪਰਸਨ ਟੂ ਪਰਸਨ ਅਲੱਗ-ਅਲੱਗ ਪਿਕਚਰ 'ਚ ਬੈਠੇ ਹੈ, ਜਿਨ੍ਹਾਂ ਵਿੱਚੋਂ ਪ੍ਰੋਫੈਸ਼ਨਲ ਪਰਸਨਸ ਜੋ ਹੈ
ਜੋ ਆਪਣੀ ਸਟੱਡੀ ਨੂੰ ਕੁਆਲੀਫਿਕੇਸ਼ਨ ਨੂੰ ਹਰ ਟਾਈਮ ਅਪ ਟੂ ਡੇਟ ਰੱਖਦੇ ਆ, ਹਾਇਰ ਸਟੱਡੀਜ਼ ਪ੍ਰੋਵਾਈਡ ਕਰ ਰਹੇ ਆ। ਹਾਇਰ ਸਟੱਡੀ ਦਾ ਮਤਲਬ ਇਹ ਹੁੰਦਾ ਹੈ ਕਿ ਜੋ ਤੁਸੀਂ ਬਿਲਕੁਲ ਡੀਪਲੀ ਜਾ ਕੇ ਕੰਪਲੀਟ ਕਰ ਦਿੰਦੇ ਹੋ। ਓਕੇ ਮੈਮ, ਉਸ ਦੇ ਵਿੱਚ ਕੀ ਚੀਜ਼ ਹੈਗੀ ਹੈ, ਇਸ ਚੀਜ਼ ਨੂੰ ਕੰਪਲੀਟ ਕੀਤਾ ਜਾਂਦਾ ਹੈ ਔਰ ਸਮਝਿਆ ਜਾਂਦਾ ਹੈ ਹਾਇਰ ਸਟੱਡੀ। ਇੱਕ ਸੈਕਿੰਡ, ਸਕਰੀਨ ਸ਼ੇਅਰ ਹੋ ਰਹੀ ਹੈ। ਹਾਂਜੀ, ਇਸ ਸਟੈਪ ਦੇ ਵਿੱਚ ਤੁਹਾਨੂੰ ਮੈਂ ਕਹਿ ਰਹੀ ਸੀ ਕਿ ਅਸੀਂ ਕਿਸ ਤਰੀਕੇ ਨਾਲ ਆਪਣੇ ਐਕਸਪੀਰੀਅੰਸ ਨੂੰ ਵਧਾਉਂਦੇ ਆ, ਅਸੀਂ ਉਸ ਚੀਜ਼ ਨੂੰ ਸਮਝਦੇ ਹਾਂ, ਉਹਦੀ ਇੰਪੋਰਟੈਂਸ ਨੂੰ। ਮਤਲਬ ਕਿ ਅਗਰ ਲਰਨਿੰਗ ਜਿਹੜੀ ਹੈਗੀ ਹੈ ਤੁਹਾਡੀ ਪਰਸਨਲ ਡਿਵੈਲਪਮੈਂਟ ਦੇ ਨਾਲ ਚੱਲਦੀ ਰਹੇਗੀ ਤੇ ਤੁਸੀਂ ਆਪਣੇ ਆਪ ਨੂੰ ਕਾਫੀ ਅੱਛੇ ਤਰੀਕੇ ਨਾਲ ਇੰਪਰੂਵ ਕਰਕੇ ਆਪਣੇ ਦੇ ਨਾਲ ਹੀ ਬਾਕੀਆਂ ਦੀ ਵੀ ਹੈਲਪ ਕਰ ਸਕੋਗੇ ਤਾਂ ਕਿ ਤੁਹਾਡੀ ਸਟੱਡੀ ਜੋ ਹੈ ਵਧੀਆ ਤਰੀਕੇ ਨਾਲ ਚੱਲ ਸਕੇ। ਨੈਕਸਟ ਪੁਆਇੰਟ ਦੇ ਵਿੱਚ ਅਸੀਂ ਦੇਖਾਂਗੇ ਲਰਨਿੰਗ ਇਜ਼ ਇੰਪੋਰਟੈਂਟ ਇਨ ਐਕਵਾਇਰਿੰਗ ਲੀਡਰਸ਼ਿਪ ਕੁਆਲਿਟੀਜ਼। ਮਤਲਬ ਉਸਦੇ ਵਿੱਚ ਕੁਆਲਿਟੀਜ਼ ਐਸੀ ਕਿਹੜੀਆਂ ਹੈ ਲਰਨਿੰਗ ਦੇ ਵਿੱਚ ਜੋ ਕਿ ਤੁਹਾਨੂੰ ਕਾਫੀ ਪੜਾਵ ਦੇ ਵਿੱਚ ਵਧਾ ਦਿੰਦਾ ਹੈ। ਲੀਡਰਸ਼ਿਪ ਅਸੀਂ ਕਿਸ ਨੂੰ ਕਹਿੰਦੇ ਹਾਂ, ਜਦ ਇੱਕ ਸਟੈਪ ਦੇ ਨਾਲ ਅਸੀਂ ਦੂਸਰੇ ਸਟੈਪ ਦੇ ਨਾਲ ਮਿਲ ਕੇ ਸਾਰਿਆਂ ਨਾਲ ਮਿਲ ਕੇ ਉਸ ਪੜਾਵ ਨੂੰ ਅੱਗੇ ਵਧਾਈਏ, ਉਸ ਆਪਣੇ ਟੌਪਿਕ ਨੂੰ ਅੱਗੇ ਐਕਸਪਲੇਨ ਕਰੀਏ ਤੇ ਉਸ ਨੂੰ ਆਪਾਂ ਇੱਕ ਰਾਜ ਕਰਦੇ ਹਾਂ ਉਸ ਚੀਜ਼ ਦੇ ਉੱਪਰ ਤੇ ਆਪਾਂ ਉਸ ਨੂੰ ਲੀਡਰਸ਼ਿਪ ਕਹਿ ਦਿੰਦੇ ਹਾਂ। ਇਸ ਦੇ ਵਿੱਚ ਹੁਣ ਕੀ ਦੱਸ ਰਿਹਾ, ਦਿਸ ਇਜ਼ ਦ ਟਰਸਟ ਇਜ਼ ਹਿਜ਼ ਐਬਿਲਿਟੀ ਟੂ ਦ ਗਾਈਡ them the through thick and thin, offer help during their personal and professional growth। मतलब कि ਤੁਸੀਂ ਜਦ ਚਾਹੇ ਕਿਸੇ ਦੇ ਨਾਲ ਵੀ ਮਿਲ ਜੁੜ ਕੇ, ਚਾਹੇ ਮਜ਼ਬੂਤੀ ਦੇ ਨਾਲ, ਚਾਹੇ ਕਿਸ ਤਰ੍ਹਾਂ ਵੀ ਜੁੜ ਕੇ ਤੁਸੀਂ ਗਾਈਡ ਟੂ ਗਾਈਡ ਅੱਗੇ ਚੱਲਦੇ ਸਟੈਪ ਦੇ ਨਾਲ ਤੇ ਤੁਹਾਨੂੰ ਲੀਡਰਸ਼ਿਪ ਹਾਸਿਲ ਕਰਨ ਦੇ ਵਿੱਚ ਜਾਂ ਕਹਿ ਲਓ ਕਿ ਮੰਜ਼ਿਲ ਹਾਸਿਲ ਕਰਨ ਦੇ ਵਿੱਚ ਕੋਈ ਰੋਕ ਨਹੀਂ ਸਕਦਾ। ਇਸ ਦੇ ਵਿੱਚ ਤੁਹਾਨੂੰ ਮੈਂ ਇੱਕ ਚੀਜ਼ ਬਹੁਤ ਅੱਛੀ ਦਿਆਂ, ਤੁਸੀਂ ਇੱਕ ਪਿਕਚਰ ਨੂੰ ਦੇਖ ਸਕਦੇ ਹੋ ਜੋ ਤੁਹਾਨੂੰ ਬਹੁਤ ਹੀ ਅੱਛੀ ਐਗਜ਼ਾਮਪਲ ਦੇ ਰਹੀ ਹੈ। ਕਿਸੇ ਵੀ ਪੜਾਵ ਨੂੰ ਚੱਲਣ ਦੇ ਵਾਸਤੇ ਤੁਹਾਨੂੰ ਮਦਦ ਦੀ ਲੋੜ ਹੁੰਦੀ ਹੈ। ਤੁਹਾਨੂੰ ਅੱਗੇ ਵਧਣ ਲਈ ਕਿਸੇ ਨਾ ਕਿਸੇ ਦਾ ਆਪਣਾ ਸਹਾਰਾ ਚਾਹੀਦਾ ਹੁੰਦਾ ਹੈ। ਸਹਾਰਾ ਜ਼ਰੂਰੀ ਨਹੀਂ ਹੈ ਕਿ ਪਰਸਨ ਟੂ ਪਰਸਨ ਹੀ ਹੋਵੇ, ਤੁਹਾਡੀ ਕੁਆਲੀਫਿਕੇਸ਼ਨ, ਤੁਹਾਡੀ ਨੌਲੇਜ ਹੈ ਤੁਹਾਡਾ ਸਭ ਤੋਂ ਵੱਡਾ ਸਹਾਰਾ ਹੁੰਦਾ ਹੈ। ਇਸ ਪਿਕਚਰ 'ਚ ਕੀ ਦਿਖਾਇਆ ਹੈ, ਇੱਕ ਚੇਨ ਬਣੀ ਹੋਈ ਹੈ ਜਿਸ ਨੂੰ ਉਹਨਾਂ ਨੇ ਇੱਕ ਆਪਣੇ ਗੋਲ ਤੱਕ ਪਹੁੰਚਣਾ ਹੈ। ਜੋ ਫਰਸਟ ਪਰਸਨ ਹੈ ਸੈਕਿੰਡ ਪਰਸਨ ਟੂ ਥਰਡ ਪਰਸਨ ਨੂੰ ਉਸ ਗੋਲ ਤੱਕ ਲੈ ਕੇ ਜਾ ਰਿਹਾ ਹੈ। ਮਤਲਬ ਕਿ ਉਹ ਜੋ ਪਹਿਲੇ ਦੋਨੋਂ ਸਟੇਅਰਸ ਹੈਗੇ ਆ, ਸਟੈਪਸ ਹੈਗੇ ਆ, ਉਹਦੇ ਗੋਲ ਤੱਕ ਪਹੁੰਚਣ ਵਾਲੇ ਉਹ ਸੋਰਸਿਸ ਹੈਗੇ ਆ ਜੋ ਉਹਨਾਂ ਨੂੰ ਉਸ ਜਗ੍ਹਾ ਤੱਕ ਪਹੁੰਚਾ ਰਹੇ ਹਨ। ਜਿਸ ਤਰ੍ਹਾਂ ਮੈਂ ਤੁਹਾਨੂੰ ਸਮਝਾਉਂਦੀ ਆਈ ਹਾਂ ਕਿ ਅਗਰ ਅਸੀਂ ਪੜ੍ਹਦੇ ਹਾਂ, ਅਸੀਂ ਟਾਈਮ ਦੇ ਨਾਲ ਸਿੱਖਦੇ ਰਹਿੰਦੇ ਹਾਂ ਕੁਛ ਨਾ ਕੁਛ। ਜ਼ਰੂਰੀ ਨਹੀਂ ਕਿ ਕਿਤਾਬਾਂ ਦੀ ਹੀ ਰੀਡਿੰਗਸ ਹੋਏਗੀ, ਤੁਹਾਡਾ ਐਕਸਪੀਰੀਅੰਸ, ਤੁਹਾਡਾ ਪ੍ਰੈਕਟੀਕਲ ਐਕਸਪੀਰੀਅੰਸ ਬਹੁਤ ਮਾਇਨੇ ਰੱਖਦਾ ਹੈ। ਉਸੇ ਤਰੀਕੇ ਨਾਲ ਟਾਈਮ ਦੇ ਨਾਲ ਅਗਰ ਤੁਸੀਂ ਚੱਲਦੇ ਜਾਓਗੇ, ਵਕਤ ਦੀ ਬਾਹ ਨਹੀਂ ਛੱਡੋਗੇ ਤੇ ਤੁਹਾਨੂੰ ਤੁਹਾਡੇ ਗੋਲ ਤੱਕ ਪਹੁੰਚਣ ਦੇ ਲਈ ਕਦੀ ਕੋਈ ਪ੍ਰੋਬਲਮ ਨਹੀਂ ਆਏਗੀ ਔਰ ਤੁਸੀਂ ਆਪਣੀ ਸਕਸੈਸ ਨੂੰ ਅੱਛੇ ਤਰੀਕੇ ਨਾਲ ਅਚੀਵ ਕਰ ਸਕੋਗੇ। ਇਹ ਜੋ ਸੀ ਸਾਡੇ ਸਾਰੇ ਇੰਪੋਰਟੈਂਟ ਸੀਗੀਆਂ ਜੋ ਕਿ ਸਾਡੇ ਲਰਨਿੰਗ ਦੇ ਵਿੱਚ ਹੈਲਪ ਕਰਦੀਆਂ ਹੈ। ਹੁਣ ਅਸੀਂ ਕੀ ਰੱਖਾਂਗੇ ਕਿ ਪ੍ਰਿੰਸੀਪਲਸ ਆਫ ਲਰਨਿੰਗ, ਐਸੇ ਕਿਹੜੇ ਸਿਧਾਂਤ ਹੈਗੇ ਹੈ ਜੋ ਕਿ ਆਪਣੇ ਪ੍ਰਿੰਸੀਪਲਸ ਲਰਨਿੰਗ ਨੂੰ ਵਧਾਉਂਦੇ ਹੈਗੇ ਹੈ। ਉਹਨਾਂ ਦੇ ਵਿੱਚ ਅਸੀਂ ਗੱਲ ਕਰਾਂਗੇ ਕੁਝ ਜਰਨਲ ਆਪਣੇ ਪ੍ਰਿੰਸੀਪਲਸ ਹੈਗੇ, ਸਿਧਾਂਤ ਹੈ ਜੋ ਲਰਨਿੰਗ ਨੂੰ ਵਧਾਉਣ ਦੇ ਵਿੱਚ ਔਰ ਲਰਨਿੰਗ ਦੇ ਲਈ ਕਾਫੀ ਹੈਲਪਫੁਲ ਹੁੰਦੇ ਹਨ। ਫਸਟ ਆ ਜਾਂਦਾ ਹੈ readiness, exercise, effect, primacy, residency, intensity, requirement and freedom। ਇਹ ਸਭ ਮਿਲ ਕੇ ਜੋ 8 ਦੇ 8 ਸਟੈਪਸ ਹੈ ਤੁਹਾਡੇ ਪੂਰੇ ਸਿਧਾਂਤ ਹੈ ਜੋ ਲਰਨਿੰਗ ਨੂੰ ਇੰਪਰੂਵ ਕਰਨ ਦੇ ਵਿੱਚ ਮਦਦ ਕਰਦੇ ਹਨ। ਹੁਣ ਅਸੀਂ ਅਗਲੇ ਵਿੱਚ ਗੱਲ ਕਰਾਂਗੇ ਰੀਡਨੈਸ ਦੀ। ਰੀਡਨੈਸ ਕੀ ਚੀਜ਼ ਹੋਗੀ, ਐਸਾ ਐਕਟਿਵ ਪ੍ਰੋਸੈਸ ਹੋ ਜਾਂਦਾ ਹੈ ਜੋ ਕਿ ਸਟੂਡੈਂਟਸ ਨੂੰ ਐਕੂਰੇਟ ਕਰਦਾ ਹੈ। ਨੈਕਸਟ ਸਲਾਈਡ ਮੈਮ। ਉਹਨਾਂ ਦੀ ਹੈਲਥ ਦੇ ਵਿੱਚ, ਫਿਜ਼ੀਕਲੀ ਡਿਵੈਲਪਮੈਂਟ ਦੇ ਵਿੱਚ ਉਹਨਾਂ ਨੂੰ ਇੱਕ ਐਸੀ ਐਬਿਲਿਟੀ ਮਿਲਦੀ ਹੈ ਜਿਸ ਦੇ ਨਾਲ ਖੁਦ ਨੂੰ ਪ੍ਰੂਵ ਕਰ ਸਕਦੇ ਹੈ। ਬੇਸਿਕ ਨੀਡਸ ਜੋ ਸਟੂਡੈਂਟਸ ਦੀ ਹੈ ਸਾਨੂੰ ਉਹ ਪੂਰੀਆਂ ਕਰਨੀਆਂ ਪੈਂਦੀਆਂ ਹੈ, ਸਾਨੂੰ ਸਮਝਣਾ ਪੈਂਦਾ ਹੈ ਕਿ ਉਸਨੂੰ ਕੀ ਚੀਜ਼ ਦੀ ਲੋੜ ਹੈ। ਤੁਹਾਨੂੰ ਇਸੇ ਪੈਰੇ ਨੂੰ ਰੀਡ ਕਰਦੇ ਹੋਏ ਮੈਂ ਸਮਝਾਵਾਂਗੀ। ਸਿੰਸ ਲਰਨਿੰਗ ਇਜ਼ ਐਨ ਐਕਟਿਵ ਪ੍ਰੋਸੈਸ, student must have educate, rest, health and physical ability. Basic needs of students must be satisfied before they are ready or the capable of learning. Students who are the educated or in the health cannot learn much. If they are discreted, the outside responsibilities, interests and worries have the overrated schedule or other unsolved issues, students may have little interest in learning.
ਇਸ ਦੇ ਵਿੱਚ ਕੀ ਦੱਸਿਆ ਜਾਂਦਾ ਹੈ, ਜੇ ਤੁਹਾਡਾ ਮਨ, ਤੁਹਾਡਾ ਖਾਸ ਕਰਕੇ ਬੱਚੇ ਦਾ ਮਨ ਪੜ੍ਹਾਈ ਦੇ ਵਿੱਚ ਹੋਵੇਗਾ ਤੇ ਉਹ ਆਪਣੇ ਹਰ ਤਰੀਕੇ ਦੇ ਨਾਲ ਜੋ ਕੁਆਲੀਫਿਕੇਸ਼ਨ ਹੈਗੀ, ਆਪਣੇ ਸਕਿੱਲਸ ਨੂੰ ਅੱਛੇ ਤਰੀਕੇ ਨਾਲ ਇੰਪਰੂਵ ਕਰ ਸਕੇਗਾ। ਜਿੰਨਾ ਉਹਦਾ ਅੱਛਾ ਪ੍ਰੋਸੈਸ ਹੋਵੇਗਾ ਲਰਨਿੰਗ ਦਾ, ਉਨਾ ਹੀ ਉਹ ਆਪਣਾ ਐਕਟਿਵ ਪ੍ਰੋਸੈਸ ਤੁਹਾਡੇ ਸਾਹਮਣੇ ਰੱਖੇਗਾ। ਬਟ ਅਗਰ ਬੱਚੇ ਦਾ ਧਿਆਨ ਸਟੱਡੀ ਦੇ ਇਲਾਵਾ ਅੱਗੇ ਪਿੱਛੇ ਹੈ, ਉਸਨੂੰ ਉਸ ਚੀਜ਼ ਦੇ ਵੱਲ ਧਿਆਨ ਨਹੀਂ ਰੱਖਦਾ, ਆਪਣਾ ਇੰਟਰਸਟ ਨਹੀਂ ਦੇ ਰਿਹਾ, ਖਾਸ ਕਰਕੇ ਜਦ ਤੁਸੀਂ ਟੀਚਿੰਗ ਦੇ ਸਟੈਪ ਨੂੰ ਦੇਖਿਆ ਜਾਏ, ਅਗਰ ਇੱਕ ਟੀਚਰ ਸਟੱਡੀ ਕਰਵਾ ਰਿਹਾ, ਉਹ ਸਟੂਡੈਂਟ ਦਾ ਉਸਦੇ ਵੱਲ ਧਿਆਨ ਹੀ ਨਹੀਂ ਹੈਗਾ, ਤੇ ਉਹ ਚੀਜ਼ ਜਿਹੜੀ ਉਹ ਕੈਚ ਨਹੀਂ ਕਰ ਪਾਏਗਾ ਔਰ ਉਹ ਵੀਕ ਰਹੇਗਾ, ਉਹਦਾ ਕਿਤੇ ਨਾ ਕਿਤੇ ਬੈਡ ਇਫੈਕਟ ਤੁਹਾਡੀ ਪੂਰੀ ਕਲਾਸ ਦੇ ਉੱਪਰ ਰਹੇਗਾ। ਤੇ ਉਸ ਚੀਜ਼ ਨੂੰ ਸਾਨੂੰ ਧਿਆਨ ਦੇ ਵਿੱਚ ਰੱਖਣਾ ਪਏਗਾ ਕਿ ਤੁਹਾਨੂੰ ਹਮੇਸ਼ਾ ਕਲਾਸ ਦੇ ਵਿੱਚ ਚੱਲਦੇ ਹੋਵੇ ਇੱਕ ਅੱਛੇ ਟੀਚਰ ਨੂੰ ਫੇਸ ਰੀਡਿੰਗ ਕਰਨਾ ਬਹੁਤ ਜ਼ਰੂਰੀ ਹੈ, ਜਿਸ ਦੇ ਨਾਲ ਉਹ ਸਮਝ ਸਕੇ ਕਿ ਜੋ ਤੁਹਾਡਾ ਸਟੂਡੈਂਟ ਹੈ, ਕਿਆ ਉਸਦਾ ਸਟੱਡੀ ਦੇ ਵਿੱਚ ਧਿਆਨ ਹੈ ਜਾਂ ਨਹੀਂ ਹੈ। ਉਸਦੇ ਨਾਲ ਹੀ ਤੁਹਾਨੂੰ ਉਸਦਾ ਕੰਮ ਟਾਈਮ ਟੂ ਟਾਈਮ ਦੇਖਣਾ ਪਵੇਗਾ ਕਿ ਉਹ ਤੁਹਾਡੇ ਨਾਲ ਹੀ ਚੱਲ ਰਿਹਾ, ਕਿਤੇ ਕੋਈ ਪਿੱਛੇ ਨਾ ਰਹਿ ਰਿਹਾ ਹੋਵੇ, ਕਿਉਂਕਿ ਹਰ ਚੀਜ਼ ਨੂੰ ਹਾਸਿਲ ਕਰਨ ਦੇ ਲਈ ਤੁਹਾਨੂੰ ਹਾਰਡ ਵਰਕ ਕਰਨਾ ਬਹੁਤ ਜ਼ਰੂਰੀ ਹੈਗਾ। ਉਸਦੇ ਲਈ ਉਸਨੂੰ ਡਿਫਿਕਲਟ ਐਂਡ ਡਿਫਰੈਂਟ ਸਟੈਪ ਦੇ ਨਾਲ ਜਾਣਾ ਪਵੇਗਾ ਤਾਂ ਕਿ ਉਹ ਗੁੱਡ ਮਾਰਕਸ ਜਿਹੜੇ ਉਹ ਕਰ ਸਕੇ। नेक्स्ट पॉइंट अपना आंदा है एक्सरसाइज। एक्सरसाइज की चीज आ गई, एवरी टाइम प्रैक्टिस, मैम पिछले वाले तो ये every time practice occur learning continue. This includes student recall, review and summary and manual drill and physical application. All of these serve to create learning habits. ਇਸ ਦੇ ਵਿੱਚ ਅਸੀਂ ਕੀ ਦੱਸਦੇ ਹਾਂ ਕਿ ਜਦ ਵੀ ਕਦੀ ਕੋਈ ਤੁਸੀਂ ਲਰਨਿੰਗ ਕਰਦੇ ਹੋ, ਤੁਹਾਨੂੰ ਕੋਈ ਨਾ ਕੋਈ ਚੀਜ਼ ਦੀ ਪ੍ਰੈਕਟਿਸ ਹੋਣਾ ਜ਼ਰੂਰੀ ਹੈਗੀ ਹੈ। ਜਿਸ ਤਰੀਕੇ ਨਾਲ ਅਸੀਂ ਅਗਰ ਦੇਖਿਆ ਜਾਏ ਤੇ ਕਲਾਸ ਦੇ ਵਿੱਚ ਤੁਸੀਂ ਆਪਣਾ ਚੈਪਟਰ ਜੋ ਹੈ ਰੀਡ ਕਰਦੇ ਹੋ, ਤੇ ਉਸ ਰੀਡ ਦੇ ਵਿੱਚ ਕੀ ਚੀਜ਼ ਹੈਗੀ ਹੈ, ਤੁਸੀਂ ਕੰਟੀਨਿਊ ਚੈਪਟਰ ਰੀਡ ਕਰੋਗੇ ਤੇ ਤੁਹਾਨੂੰ ਉਸ ਤੋਂ ਬਾਅਦ ਇੱਕ ਉਹਦੀ ਸਮਰੀ ਪੜ੍ਹਨਾ ਜ਼ਰੂਰੀ ਹੁੰਦੀ ਹੈ, ਜਿਸ ਦੇ ਲਈ ਤੁਹਾਨੂੰ ਸਮਝ ਆ ਜਾਂਦਾ ਹੈ ਕਿ ਕੋਈ ਚੈਪਟਰ ਜੋ ਹੈ ਉਸਦੇ ਵਿੱਚ ਆਫਟਰ ਆਲ ਕਿਆ ਕੀ ਹੈ, ਉਸਨੂੰ ਕੁਝ ਸ਼ਬਦਾਂ ਦੇ ਵਿੱਚ ਤੁਹਾਨੂੰ ਵਾਪਿਸ ਤੋਂ ਰੀਡ ਕਰਨਾ ਪੈਂਦਾ ਹੈ, ਜੋ ਕਿ ਤੁਹਾਡੇ ਮਾਈਂਡ ਦੇ ਵਿੱਚ ਸੈੱਟ ਹੋ ਜਾਂਦੀ ਹੈ। ਤੁਸੀਂ ਟਿਪੀਕਲੀ ਇੱਕਦਮ ਲਾਈਨ ਤੋਂ ਲਾਈਨ ਨਹੀਂ ਰੀਡ ਕਰ ਸਕਦੇ, ਬਟ ਉਹਦੀ ਸਟੋਰੀ ਜੋ ਹੈ ਤੁਹਾਡੇ ਮਾਈਂਡ ਦੇ ਵਿੱਚ ਕਲੀਅਰ ਹੋ ਜਾਂਦੀ ਹੈ। ਤੇ ਉਹ ਕੀ ਚੀਜ਼ ਹੈ ਤੁਹਾਡੇ ਲਰਨਿੰਗ ਵਿੱਚ ਐਕਸਰਸਾਈਜ਼ ਹੋ ਜਾਂਦੀ ਹੈ ਕਿ ਜਦ ਤੁਸੀਂ ਪੂਰਾ ਚੈਪਟਰ ਕੀਤਾ ਤੇ ਐਂਡ ਦੇ ਵਿੱਚ ਉਹਦੀ ਸਮਰੀ ਕਰਕੇ ਦਿਖਾਓਗੇ, ਉਹ ਤੁਹਾਨੂੰ ਆਪਣੇ ਆਪ ਦੇ ਵਿੱਚ ਇੰਪਰੂਵ ਕਰਦਾ ਹੈ, ਤੁਹਾਡੇ ਮਾਈਂਡ ਦੇ ਵਿੱਚ ਸਟੈਪ ਜੋ ਹੈ ਕੰਪਲੀਟ ਕਰਦਾ ਹੈ ਔਰ ਤੁਹਾਨੂੰ ਕੁਝ ਨਾ ਕੁਝ ਅੱਛਾ ਅੱਗੇ ਹਾਸਿਲ ਕਰਨ ਦੀ ਇੱਕ ਮਾਈਂਡ ਦੇ ਵਿੱਚ ਹੈਬਿਟ ਬਣ ਜਾਂਦੀ ਹੈ। ਉਸਦੇ ਨਾਲ ਕੀ ਹੋ ਜਾਂਦਾ, ਅੱਗੇ ਦੀ ਅੱਗੇ ਜਿਹੜੀ ਕਾਫੀ ਚੀਜ਼ਾਂ ਹੈ ਉਹ ਵੱਧਦੀਆਂ ਜਾਣਗੀਆਂ। ਇਸ ਦੇ ਲਈ ਤੁਹਾਨੂੰ ਨੌਲੇਜ ਵਧਾਉਣ ਦੇ ਲਈ ਆਪਣੇ ਐਕਸਰਸਾਈਜ਼ ਦਾ ਸਟੈਪ ਬਹੁਤ ਹੋਣਾ ਜ਼ਰੂਰੀ ਹੈਗਾ। ਨੈਕਸਟ ਅਸੀਂ ਕਰਾਂਗੇ ਇਫੈਕਟਸ। इफेक्ट्स की चीज आ जाती है, every learning experience should contain element that leave the student with some good feelings. A student chance of success indefinitely increase the learning experiences and the pleasant one. मतलब ਕੀ ਕਹਿ ਰਿਹਾ ਕਿ ਕਦੀ ਵੀ ਜਦ ਤੁਸੀਂ ਕੋਈ ਲਰਨਿੰਗ ਅੱਛਾ ਕਰ ਲੈਂਦੇ ਹੋ, ਉਹਦੇ ਇੱਕ ਆਪਣਾ ਪ੍ਰਭਾਵ ਪੈਂਦਾ ਤੁਹਾਡੇ ਉੱਪਰ, ਇੱਕ ਇਫੈਕਟ ਪੈਂਦਾ ਹੈ, ਜਿਸ ਦੇ ਵਿੱਚ ਤੁਹਾਨੂੰ ਅੰਡਰਸਟੈਂਡਿੰਗ ਹੋ ਜਾਂਦੀ ਹੈ ਕਿ ਤੁਹਾਡਾ ਜੋ ਪੜਿਆ ਹੋਇਆ ਹੈ ਉਹ ਤੁਹਾਨੂੰ ਕਿੱਥੇ ਤੱਕ ਮੀਨਿੰਗ ਦੇ ਰਿਹਾ। ਅਗਰ ਤੁਸੀਂ ਲਰਨਿੰਗ ਅੱਛੇ ਤਰੀਕੇ ਨਾਲ ਕੀਤੀ ਹੈ ਤੇ ਤੁਹਾਨੂੰ ਉਸ ਚੀਜ਼ ਦਾ ਇੱਕ ਅੱਛਾ ਐਲੀਮੈਂਟ ਮਿਲ ਕੇ ਸਾਹਮਣੇ ਆਉਂਦਾ ਹੈ, ਜਿਹਦੇ ਨਾਲ ਤੁਹਾਨੂੰ ਅੱਛਾ ਫੀਲ ਹੁੰਦਾ ਹੈ। ਮੇਨ ਥਿੰਗ, ਅਗਰ ਤੁਹਾਡਾ ਲਰਨਿੰਗ ਐਕਸਪੀਰੀਅੰਸ ਬਹੁਤ ਅੱਛਾ ਚੱਲ ਰਿਹਾ ਹੈ ਤੇ ਤੁਹਾਨੂੰ ਅੱਛੇ ਤਰੀਕੇ ਨਾਲ ਪੜਿਆ ਜਾਏਗਾ, ਤੁਹਾਡੇ ਸਟੂਡੈਂਟਸ ਨੂੰ ਅੱਛੇ ਤਰੀਕੇ ਨਾਲ ਕਲੀਅਰ ਹੋਵੇਗਾ, ਉਹਨਾਂ ਨੂੰ ਅੱਛਾ ਫੀਲ ਹੋਵੇਗਾ, ਉਹ ਆਪਣੇ ਆਪ ਦੇ ਵਿੱਚ ਜੋ ਹੈ ਇੱਕ ਅਲੱਗ ਜੀ ਇੰਡੀਪੈਂਡੈਂਟਲੀ ਨਹੀਂ ਫੀਲ ਕਰਨਗੇ। ਉਹਨਾਂ ਨੂੰ ਇਸ ਤਰ੍ਹਾਂ ਨਹੀਂ ਲੱਗੇਗਾ ਕਿ ਹਾਂ ਅਸੀਂ ਸਿਰਫ ਯੈਸ ਤੋਂ ਨੋ ਦਾ ਜਵਾਬ ਦੇ ਰਹੇ ਹਾਂ, ਸਾਨੂੰ ਕੁਝ ਸਮਝ ਨਹੀਂ ਆਇਆ। ਅਗਰ ਉਹਨੂੰ ਅੱਛਾ ਜਵਾਬ ਆਇਆ ਤਾਂ ਉੱਠ ਕੇ ਤੁਹਾਡੇ ਸਾਹਮਣੇ ਆਏਗਾ ਔਰ ਉਸ ਚੀਜ਼ ਨੂੰ ਪੂਰੇ ਅੱਛੇ ਤਰੀਕੇ ਨਾਲ ਐਕਸਪਲੇਨ ਕਰੇਗਾ। नेक्स्ट आ जाता है प्राइमेसी। प्राइमेसी की चीज है, द इंस्ट्रक्टर मस्ट प्रिवेंट सब्जेक्ट मैटर इन द लॉजिकल order step by step, making sure the student have already learned the preceding steps. The task learn of isolate the intentionally applied to the overall performance. ਇਸ ਦੇ ਵਿੱਚ ਕੀ ਦੱਸਦੇ ਆ, ਪ੍ਰਾਇਮੇਸੀ ਕੀ ਚੀਜ਼ ਆ ਜਾਂਦੀ ਹੈ, ਪ੍ਰਾਇਮੇਸੀ ਵਿੱਚ ਇੰਸਟ੍ਰਕਟਰਸ ਨੂੰ ਧਿਆਨ ਦੇਣਾ ਹੁੰਦਾ ਹੈ। ਵੈਸੇ ਤੇ ਆਪਾਂ ਜਿੰਨੇ ਵੀ ਸਾਰੇ ਸਟੈਪ ਦੇਖ ਰਹੇ ਹਾਂ ਉਸ ਦੇ ਵਿੱਚ ਅਸੀਂ ਸਟੂਡੈਂਟਸ ਐਂਡ ਟੀਚਿੰਗ ਦੋਨਾਂ ਦੀ ਗੱਲ ਕਰ ਰਹੇ ਹਾਂ ਕਿ ਟੀਚਿੰਗ ਦੇ ਵਿੱਚ ਅਗਰ ਤੁਸੀਂ ਜਾ ਰਹੇ ਹੋ, ਇਸ ਟਾਈਮ ਤੇ ਤੁਸੀਂ ਸਟੂਡੈਂਟ ਲਾਈਨ ਦੇ ਵਿੱਚ ਹੈਗੇ ਹੋ,
ਇਸ ਦੇ ਵਿੱਚ ਕੀ ਚੀਜ਼ ਹੈਗੀ ਆ, ਅਗਰ ਤੁਸੀਂ ਅੱਛੇ ਤਰੀਕੇ ਨਾਲ ਸਟੱਡੀ ਕਰਵਾ ਰਹੇ ਹੋ ਤੇ ਤੁਹਾਡਾ ਸਾਰਾ ਪ੍ਰੋਸੈਸ ਜੋ ਹੈ ਅੱਛਾ ਚਲੇਗਾ। ਤੇ ਟੀਚਰਸ ਨੂੰ ਧਿਆਨ ਦੇ ਰੱਖਣਾ ਹੈ, ਜਦ ਵੀ ਤੁਸੀਂ ਕੋਈ ਸਬਜੈਕਟ ਸਟਾਰਟ ਕਰਦੇ ਹੋ ਤੁਹਾਨੂੰ ਉਸਨੂੰ ਸਟੈਪ ਬਾਈ ਸਟੈਪ ਚੱਲਣਾ ਹੋਵੇਗਾ, ਤਾਂ ਕਿ ਤੁਹਾਡੇ ਸਟੂਡੈਂਟ ਨੂੰ ਉਹ ਚੀਜ਼ ਅੱਛੀ ਤਰੀਕੇ ਨਾਲ ਕਲੀਅਰ ਹੋ ਸਕੇ, ਉਹਦੀ ਅੰਡਰਸਟੈਂਡਿੰਗ ਉਹਨੂੰ ਅੱਛਾ ਹੋ ਪਾਏ, ਉਹਦੇ ਮਾਈਂਡ 'ਚ ਉਹ ਚੀਜ਼ ਸੈੱਟ ਹੋ ਜਾਏ। ਔਰ ਖਾਸ ਕਰਕੇ ਜਦ ਇੱਕ ਟੀਚਰ ਲੈਸਨ ਦੇ ਰਿਹਾ ਹੈ ਤੇ ਉਸਦੇ ਵਿੱਚ ਇੱਕ ਇਮੇਜ ਕ੍ਰੀਏਟ ਹੋ ਜਾਏ ਕਿ ਜਿਸ ਨੂੰ ਉਹ ਪੂਰਾ ਐਕਸਪਲੇਨ ਕਰ ਰਿਹਾ, ਉਸਦੇ ਨਾਲ ਉਹਦੇ ਮਾਈਂਡ ਤੇ ਇਮੇजेस ਚੱਲਦੀਆਂ ਹੋਣਗੀਆਂ ਕਿ ਯੈਸ ਮੇਰੇ ਟੀਚਰ ਮੈਨੂੰ ਇਹ ਸਮਝਾ ਰਹੇ, ਇਸ ਤਰੀਕੇ ਨਾਲ ਚੱਲ ਰਿਹਾ। ਇਸ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਕਰਵਾਉਣ ਦੇ ਲਈ ਅਸੀਂ ਇਹ ਕਹਿੰਦੇ ਆ ਕਿ ਹਮੇਸ਼ਾ ਟੀਚਿੰਗ ਦੇ ਵਿੱਚ ਕੋਈ ਵੀ ਸਬਜੈਕਟ ਰੀਡ ਕਰਵਾ ਰਹੇ ਹੋ ਉਸਦੇ ਵਿੱਚ ਪ੍ਰੈਕਟੀਕਲ ਜਿਹੜੇ ਇਮੇजेस ਹੈਗੀਆਂ, ਪ੍ਰੈਕਟੀਕਲ ਜਿਹੜੀ ਪਿਕਚਰਸ ਹੈਗੀਆਂ ਉਹ ਜ਼ਰੂਰ ਨਾਲ ਦੀ ਨਾਲ ਦਿਖਾਈਆਂ ਜਾਣ, ਤਾਂ ਕਿ ਸਟੂਡੈਂਟ ਨੂੰ ਅਗਰ ਜੋ ਰੀਡਿੰਗ ਦੇ ਵਿੱਚ ਸਮਝ ਨਹੀਂ ਆ ਰਿਹਾ ਉਸ ਨੂੰ ਪਿਕਚਰ ਦੇਖ ਕੇ ਉਹ ਚੀਜ਼ ਕਲੀਅਰ ਹੋ ਸਕੇ ਕਿ ਆਫਟਰ ਆਲ ਇਸ ਦੇ ਵਿੱਚ ਕਿਆ ਕੀ ਜਾ ਰਿਹਾ ਔਰ ਹੋ ਕੀ ਰਿਹਾ ਹੈ। ਇਸ ਚੀਜ਼ ਦੇ ਨਾਲ ਉਹਦਾ ਸਾਰਾ ਜੋ ਕਨਫਿਊਜ਼ਨ ਹੈ ਉਹ ਕੰਪਲੀਟ ਹੋ ਜਾਏਗੀ, ਜੋ ਕਿ ਸਾਡਾ ਇੱਕ ਹੱਕ ਬਣਦਾ ਹੈ ਉਸਨੂੰ ਸਮਝਾਣਾ ਔਰ clear ਕਰਨਾ। ਅੱਗੇ ਗੱਲ ਕਰਦੇ ਹਾਂ ਰੀਜੈਂਸੀ ਦੀ। The principle of recency state that the thing most recently learned and the best remembered. Conversely, the further a student is removed time-wise from a new fact and understanding, the more difficulty is to remember. The main thing ਕੀ ਆ ਜਾਂਦਾ ਹੈ, ਇੱਕ ਪ੍ਰਿੰਸੀਪਲ, ਇੱਕ ਸਿਧਾਂਤ ਹੈ ਵੀ ਲਰਨਿੰਗ ਦਾ ਕਿ ਜਦ ਅਸੀਂ ਕਿਸੇ ਟਾਈਮ ਦੇ ਨਾਲ ਲਰਨ ਕਰੀ ਜਾਂਦੇ ਆ ਤੇ ਆਪਣਾ ਪੁਰਾਣਾ ਜੋ ਟੌਪਿਕ ਅਗਰ ਉਸ ਨੂੰ ਟੱਚ ਨਹੀਂ ਕਰਵਾ ਰਹੇ ਹੋ ਜਾਂ ਉਸ ਦੇ ਨਾਲ ਲਿੰਕ ਨਹੀਂ ਕਰ ਰਹੇ ਹੋ ਤਾਂ ਜੋ ਉਹ ਚੀਜ਼ ਭੁੱਲ ਜਾਏਗੀ। ਤੇ ਬੈਸਟ ਵੇ ਕੀ ਹੈਗਾ, ਤੁਸੀਂ ਟਾਈਮ ਦੇ ਨਾਲ ਚੱਲ ਰਹੇ ਹੋ ਬਟ ਉਸ ਤਰੀਕੇ ਨਾਲ ਲਿੰਕ ਬਣਾ ਕੇ ਰੱਖੋ ਕਿ ਜੋ ਲਾਸਟ ਤੁਹਾਡਾ ਟੌਪਿਕ ਸੀਗਾ ਤੁਹਾਨੂੰ ਉਹ ਵੀ ਕਲੀਅਰ ਹੋ ਸਕੇ, ਤੁਹਾਡੇ ਸਟੂਡੈਂਟ ਦੇ ਮਾਈਂਡ ਦੇ ਵਿੱਚ ਉਹਦੀ ਸੈਟਅਪ ਪਿਕਚਰ ਹਮੇਸ਼ਾ ਰਵੇ, ਤਾਂ ਕਿ ਤੂੰ ਹਮੇਸ਼ਾ ਅਪ ਟੂ ਡੇਟ ਰਹੇ, ਤੁਸੀਂ ਜਦ ਵੀ ਕਦੀ ਕੋਈ ਕੁਐਸਚਨਿੰਗ ਕਰੋ ਉਸ ਚੀਜ਼ ਨੂੰ ਪੂਰੇ ਅੱਛੇ ਤਰੀਕੇ ਨਾਲ ਐਕਸਪਲੇਨ ਕਰ ਸਕੇ। ਮਤਲਬ ਲਰਨ ਦੇ ਨਾਲ ਰਿਮੈਂਬਰ ਹੋਣਾ ਬਹੁਤ ਹੀ ਜ਼ਰੂਰੀ ਹੈਗਾ ਹੈ। ਅਗਰ ਤੁਸੀਂ ਅੱਗੇ ਪੜ੍ਹਦੇ ਰਹੋਗੇ, ਪਿਛਲੇ ਜਾਂ ਭੁੱਲਦੇ ਜਾਓਗੇ ਤੇ ਉਹ ਚੀਜ਼ ਕਲੀਅਰ ਨਹੀਂ ਹੋਏਗੀ। ਨੈਕਸਟ ਅਸੀਂ ਕਰਾਂਗੇ ਇੰਟੈਂਸਿਟੀ। ਇੰਟੈਂਸਿਟੀ ਕੀ ਚੀਜ਼ ਹੈ? the more intense the material taught, the more likely it will be retained. A sharp, clear, vivid, dramatic and exciting learning experience teaches more than a routine, a boring experience. The principle of intensity implies the student will learn more from the real thing than from the subtitles. ਇਸ ਦੇ ਵਿੱਚ ਅਸੀਂ ਕੀ ਕਹਿੰਦੇ ਆ ਕਿ ਦੇਖੋ, ਅਗਰ ਅਸੀਂ ਕਦੀ ਵੀ ਸਟੂਡੈਂਟਸ ਨੂੰ ਕੰਟੀਨਿਊ ਸਟੱਡੀ ਕਰਵਾਈ ਜਾ ਰਹੇ ਹਾਂ, ਇੱਕ ਚੈਪਟਰ ਰੀਡਿੰਗ ਪਕੜਾ ਦਿੱਤਾ ਹੈ ਔਰ ਅਸੀਂ ਕਹਿ ਰਹੇ ਹਾਂ ਸਿਰਫ ਲੈਸਨ ਪੜ੍ਹ ਦੋ, ਇੱਕ ਬੱਚਾ ਲੈਸਨ ਪੜ੍ਹ ਰਿਹਾ ਬਾਕੀ ਸਾਰੇ ਸੁਣ ਰਹੇ ਹੈ, ਕੰਟੀਨਿਊ ਸਿਰਫ ਇਸੇ ਤਰੀਕੇ ਨਾਲ ਚੱਲ ਰਿਹਾ, ਹਮੇਸ਼ਾ ਨੋਟਿਸ ਕਰਨਾ ਤੁਹਾਡੀ ਅੱਧੀ ਕਲਾਸ ਜਿਹੜੀ ਉਹ ਬੋਰ ਹੋ ਜਾਏਗੀ, ਕੰਟੀਨਿਊ ਰੀਡਿੰਗ ਦੇ ਵਿੱਚ ਉਹਨਾਂ ਦਾ ਇੰਟਰਸਟ ਨਹੀਂ ਰਹੇਗਾ। ਤੇ ਉਸ ਦੇ ਵਿੱਚ ਕੀ ਹੋਏਗਾ, ਜੋ ਰੀਡਿੰਗ ਕਰ ਰਿਹਾ ਹੈ ਜਾਂ ਤੇ ਉਹ ਵੀ ਸਿਰਫ ਇੱਕ ਰੀਡਿੰਗ ਹੀ ਕਰ ਰਿਹਾ ਹੈ, ਉਸਦੇ ਫਿਜ਼ੀਕਲੀ ਮੈਂਟਲੀ ਉਸਦੇ ਮਾਈਂਡ ਦੇ ਵਿੱਚ ਉਹ ਚੀਜ਼ ਸੈਟਅਪ ਨਹੀਂ ਹੋ ਰਹੀ ਹੈ, ਉਸਦੇ ਨਾਲ ਹੀ ਜੋ ਤੁਹਾਡੇ ਬਾਕੀ ਦੇ ਸਟੂਡੈਂਟ ਹੈ ਉਹ ਬੋਰ ਫੀਲ ਕਰਦੇ ਹੋ ਜੀ, ਇੰਟਰਸਟ ਖੋ ਦੇਣਗੇ। ਤੁਹਾਨੂੰ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹਮੇਸ਼ਾ ਲੈਸਨ ਰੀਡ ਕਰਵਾਉਣਾ ਹੈ ਕਿ ਜਦ ਵੀ ਤੁਹਾਡਾ ਕੋਈ ਲੈਸਨ ਰੀਡ ਹੋ ਰਿਹਾ ਹੈ ਤੁਸੀਂ ਉਸਦੇ ਵਿੱਚ ਕੁਝ ਨਾ ਕੁਝ ਐਸੀ ਓਪਰਚੁਨਿਟੀਜ਼, ਐਸੀ ਥਿੰਗਸ ਐਡ ਕਰੋ ਜਿਸ ਦੇ ਨਾਲ ਬੱਚੇ ਦਾ ਇੰਟਰਸਟ ਹਮੇਸ਼ਾ ਬਣਿਆ ਰਹੇ। ਜਿਸ ਤਰੀਕੇ ਨਾਲ ਐਗਜ਼ਾਮਪਲ ਦਿੰਦੇ ਆ, ਜਦ ਤੁਸੀਂ ਕਲਾਸ ਦੇ ਵਿੱਚ ਰੀਡਿੰਗ ਕਰਵਾ ਰਹੇ ਹੋ ਤੇ ਤੁਸੀਂ ਆਪਣੀ ਪ੍ਰੈਜ਼ੈਂਟ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਦੀ ਮਦਦ ਦੇ ਨਾਲ ਉਹਨਾਂ ਨੂੰ ਰੀਡਿੰਗ ਕਰਵਾਓ, ਜਿਸ ਦੇ ਵਿੱਚ ਜੋ ਟੌਪਿਕ ਪੜਿਆ ਜਾ ਰਿਹਾ ਉਸਦੀ ਐਗਜ਼ਾਮਪਲਸ ਹੋਣ, ਉਹਨੂੰ ਸਮਝਾਇਆ ਜਾ ਰਿਹਾ, ਉਹਨੂੰ ਪਿਕਚਰਸ ਦਿਖਾਈਆਂ ਜਾ ਰਹੀਆਂ ਕਿ ਜਿਸ ਟੌਪਿਕ ਤੇ ਅਸੀਂ ਗੱਲ ਕਰ ਰਹੇ ਹੋ ਇਸ ਤਰੀਕੇ ਨਾਲ ਚੱਲ ਰਿਹਾ। ਔਰ ਸਮ ਟਾਈਮ ਤੁਸੀਂ ਉਸ ਤਰੀਕੇ ਦੇ ਨਾਲ ਚੀਜ਼ਾਂ ਨੂੰ ਯੂਜ਼ ਕਰੋ ਕਿ ਸਿਰਫ ਕੱਲੀਆਂ ਕਿਤਾਬਾਂ ਚੋਂ ਨਾ ਪੜਾਇਆ ਜਾਵੇ, ਹੋਰ ਕਿਹੜੇ ਐਸੇ ਢੰਗ ਹੈਗੇ ਜਿਨ੍ਹਾਂ ਨੂੰ ਸਟੂਡੈਂਟਸ ਨੂੰ ਪੂਰਾ ਐਕਸਪਲੇਨ ਕੀਤਾ ਜਾ ਸਕੇ, ਜਿਸ ਦੇ ਵਿੱਚ ਤੁਹਾਨੂੰ ਵੱਖ-ਵੱਖ ਸੋਰਸਿਸ ਯੂਜ਼ ਕਰਨੇ ਪੈਣਗੇ। ਸਮ ਟਾਈਮ ਬੁੱਕਸ ਕੀਤੀਆਂ ਜਾ ਰਹੀਆਂ, ਸਮ ਟਾਈਮ ਤੁਸੀਂ ਪਰਸਨਲੀ ਨੋਟਸ ਬਣਾ ਕੇ ਦੇ ਰਹੇ ਹੋ, ਸਮ ਟਾਈਮ ਤੁਸੀਂ ਵਰਬਲੀ ਔਰ ਰਿਟਨਸ ਦੇ ਨਾਲ ਤੁਸੀਂ ਉਹਨਾਂ ਨੂੰ ਅੱਗੇ ਅਟਰੈਕਟਿਵ ਕਰ ਰਹੇ ਹੋ ਤਾਂ ਕਿ ਉਹ ਹਮੇਸ਼ਾ ਆਪਣੀ ਕਲਾਸ ਦੇ ਵਿੱਚ ਐਕਟਿਵ ਰਹਿਣ ਔਰ ਅੱਖਾਂ ਖੋਲ ਕੇ ਕੰਮ ਕਰ ਸਕਣ। ਨੈਕਸਟ ਟੌਪਿਕ ਆਪਣਾ ਆ ਜਾਂਦਾ ਫ੍ਰੀडम। ਫ੍ਰੀडम ਤੋਂ ਤੁਸੀਂ ਜਾਣਦੇ ਹੋ ਇੱਕ ਆਜ਼ਾਦੀ ਜੀ ਹੋਣਾ, ਇਸ ਦੇ ਵਿੱਚ ਕਹਿੰਦੇ ਹੈ ਲਰਨਿੰਗ ਇਜ਼ ਐਨ ਐਕਟਿਵ ਪ੍ਰੋਸੈਸ, student must have freedom for choice, freedom for action, freedom or to bear and responsibilities. Personal responsibilities
if no freedom granted student may have the little interest in learning the main thing ਕਦ ਵੀ ਤੁਸੀਂ ਕਲਾਸ ਦੇ ਵਿੱਚ ਮਾਹੌਲ ਇਸ ਤਰੀਕੇ ਦਾ ਹੋਣਾ ਚਾਹੀਦਾ ਕਿ ਬੱਚਿਆਂ ਨੂੰ ਥੋੜੀ ਆਜ਼ਾਦੀ ਹੋਵੇ ਆਜ਼ਾਦੀ ਇਹ ਨਹੀਂ ਕਿ ਉਹ ਮਸਤੀ ਕਰ ਰਹੇ ਆ ਆਜ਼ਾਦੀ ਅਸੀਂ ਗੱਲ ਕਰ ਰਹੇ ਹਾਂ ਪੜ੍ਹਾਈ ਦੇ ਵਿੱਚ ਕਿ ਉਸ ਤਰੀਕੇ ਨਾਲ ਉਹਨਾਂ ਨੂੰ ਪੜ੍ਹਾਇਆ ਜਾਵੇ ਕਿ ਉਹਨਾਂ ਨੂੰ ਬਾਉਂਡ ਨਾ ਕੀਤਾ ਜਾਵੇ ਕਿ ਬਿਲਕੁਲ ਸਟੇਟ ਬੈਠੋ ਸਿਰਫ ਕਿਤਾਬਾਂ ਖੋਲ ਕੇ ਦੇਖੋ ਸਿਰਫ ਧਿਆਨ ਦੇ ਨਾਲ ਦੇਖਣਾ ਬੱਚੇ ਦਾ ਜਿਹੜਾ ਪੂਰਾ ਦਾ ਪੂਰਾ ਆਪਣਾ ਇੰਟਰਸਟ ਹੋਣਾ ਚਾਹੀਦਾ ਹੈ ਮੈਮ ਮੇਰੀ ਕੀ ਆਵਾਜ਼ ਨਹੀਂ ਆ ਰਹੀ ਮੈਨੂੰ ਕੰਟੀਨਿਊ ਮੈਸੇਜ ਆ ਰਿਹਾ ਕਿ ਆਵਾਜ਼ ਨਹੀਂ ਆ ਰਹੀ हेलो आ रही है मैम आ रही है मैम इधर ना कोई इशू नहीं बच्चे वैसे ही मन लगता करते हैं कोई इशू नहीं जी आ रही है आवाज बिल्कुल और अच्छी आ रही है ओके ਇਸ ਦੇ ਨਾਲ ਕੀ ਹੈ ਸਾਨੂੰ ਹਮੇਸ਼ਾ ਧਿਆਨ ਦੇ ਵਿੱਚ ਰੱਖਣਾ ਹੋਏਗਾ ਕਿ ਬੱਚੇ ਦਾ ਪੜ੍ਹਾਈ ਵੱਲ ਇੰਟਰਸਟ ਬਣਿਆ ਰਹੇ ਤੇ ਇਸ ਦੇ ਲਈ ਤੁਹਾਨੂੰ ਮੈਂ ਛੋਟੀ ਜਿਹੀ ਐਗਜ਼ਾਮਪਲ ਦੇਣੀ ਆ ਮੈਂ ਆਪਣੀ ਕਲਾਸ ਦੇ ਵਿੱਚ ਇਸ ਤਰੀਕੇ ਨਾਲ ਕਰਦੀ ਹਾਂ ਕਿ ਜਦ ਬੱਚੇ ਕੰਟੀਨਿਊ ਮੈਂ ਰੀਡਿੰਗ ਕਰਵਾ ਰਹੀ ਹਾਂ ਜਾਂ ਲੈਕਚਰ ਮੈਂ ਖੁਦ ਦੇਣੀ ਆ ਤੇ ਮੈਂ ਉਹਨਾਂ ਨੂੰ ਵਿੱਚ ਕੋਈ ਨਾ ਕੋਈ ਐਸੀ ਗੱਲ ਜ਼ਰੂਰ ਕਰ ਦਿੰਦੀ ਹਾਂ ਜਿਸ ਦੇ ਨਾਲ ਉਹ ਅੱਖਾਂ ਦੇ ਖੁੱਲ ਜਾਣ ਕੁਝ ਹੱਸ ਪੈਣ ਕੁਝ ਮਜ਼ਾਕ ਵਾਂਗ ਕੁਝ ਐਗਜ਼ਾਮਪਲ ਇਸ ਤਰੀਕੇ ਦੇ ਨਾਲ ਚਾਹੇ ਉਹ ਕਿਸੇ ਬੱਚੇ ਨਾਲ ਰਿਲੇਟ ਕਰਕੇ ਜੋੜੀ ਜਾਏ ਤਾਂ ਕਿ ਉਹ ਅਟਰੈਕਟਿਵ ਹੋ ਸਕਣ ਅਟੈਂਡ ਹੋ ਸਕਣ ਤੇ ਉਹਨਾਂ ਦਾ ਧਿਆਨ ਜਿਹੜਾ ਹੈਗਾ ਆ ਉਹ ਤੁਹਾਡੇ ਲੈਕਚਰ 'ਚ ਕੰਟੀਨਿਊ ਰਵੇ ਉਹਨਾਂ ਦਾ ਪੜ੍ਹਾਈ ਦੇ ਵਿੱਚ ਲਿੰਕ ਬਣਿਆ ਰਵੇ ਇਸ ਦੇ ਲਈ ਅਸੀਂ ਕੀ ਕਰਦੇ ਨੇ ਇੱਕ ਹੋਰ ਪੁਆਇੰਟ ਹੈ ਅਗਰ ਤੁਹਾਨੂੰ ਲੱਗਦਾ ਕੰਟੀਨਿਊ ਰੀਡਿੰਗ ਚੱਲ ਰਹੀ ਹੈ ਬਟ ਇਟਸ ਦਾ ਇੰਪੋਰਟੈਂਟ ਸਬਜੈਕਟ ਜਿਹਦੇ ਵਿੱਚ ਤੁਸੀਂ ਥੋੜਾ ਬਹੁਤ ਵੀ ਛੇੜਛਾੜ ਨਹੀਂ ਕਰ ਸਕਦੇ ਉਸ ਦੇ ਲਈ ਤੁਹਾਨੂੰ ਬੈਸਟ ਸਟੈਪ ਹੋਣਾ ਚਾਹੀਦਾ ਕਿ ਜਿਸ ਬੱਚੇ ਨੂੰ ਤੁਸੀਂ ਰੀਡਿੰਗ ਦਿੱਤੀ ਹੈ ਕਿਸੇ ਟਾਈਮ ਦੇ ਵਿੱਚੋਂ ਕਿਸੇ ਹੋਰ ਬੱਚੇ ਨੂੰ ਉਠਾ ਕੇ ਉਹਦੇ ਕੋਲ ਪੁੱਛ ਲਿਆ ਜਾਵੇ ਯੈਸ ਆਪਾਂ ਕੀ ਪੜਿਆ ਹੈਗਾ ਹੈ ਯੈਸ ਤੁਸੀਂ ਰੀਡ ਕਰੋ ਯੈਸ ਤੁਸੀਂ ਦੱਸੋ ਇਹ 'ਚ ਕੀ ਕੀਤਾ ਹੈ ਉਸਦੇ ਨਾਲ ਬੱਚਾ ਜੋ ਹੈ ਐਕਟਿਵ ਬਣਿਆ ਰਹਿੰਦਾ ਹੈ ਔਰ ਸਮ ਟਾਈਮਸ ਤੁਸੀਂ ਉਸਦੇ ਨਾਲ ਥੋੜਾ ਬਹੁਤ ਮਾਹੌਲ ਦੇ ਵਿੱਚ ਇਸ ਤਰੀਕੇ ਦਾ ਰੱਖੋ ਕਿ ਬਹੁਤ ਸਖਤੀ ਵੀ ਨਾ ਹੋਵੇ ਕਿ ਬੱਚਾ ਡਰਦਾ ਤੁਹਾਡੇ ਅੱਗੇ ਬੋਲੇ ਵੀ ਨਾ ਔਰ ਇੰਨੇ ਵੀ ਫਰੀडम ਨਾ ਦੇ ਦਿਵੋ ਕਿ ਬੱਚਾ ਤੁਹਾਡੀ ਰਿਸਪੈਕਟ ਹੀ ਨਾ ਕਰੇ तो ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆਪਣੇ ਪ੍ਰਿੰਸੀਪਲਸ ਨੂੰ ਐਕਸਪਲੇਨ ਕਰਦੀਆਂ ਨੈਕਸਟ ਆਪਣਾ ਪੁਆਇੰਟ ਆ ਜਾਂਦਾ ਹੈ ਰਿਕੁਆਇਰਮੈਂਟਸ ਕੀ ਚੀਜ਼ ਹੈਗੀ ਹੈ ਕਿ ਉਹ ਚੀਜ਼ਾਂ ਦੀ ਰਿਕੁਆਇਰਮੈਂਟਸ ਰੱਖੀਏ ਕਿ ਜੋ ਸਾਨੂੰ ਸਮਝ ਆ ਸਕੇ ਦਾ law of requirement state that we must have something to obtain or do something it can be the ability skill entertainment anything that may help us to learn to gain something and starting point of root ਦਾ ਮਤਲਬ ਕਿ ਆਪਾਂ ਜਦ ਵੀ ਕੁਝ ਰਿਕੁਆਇਰਮੈਂਟਸ ਨੂੰ ਦੇ ਵਿੱਚ ਧਿਆਨ ਕੀ ਰੱਖਦੇ ਹੈਗੇ ਕਿ ਅਸੀਂ ਕੁਝ ਵੀ ਕਰਨਾ ਚਾਹ ਰਹੇ ਹੈਗੇ ਆ ਉਹ ਇਸ ਤਰੀਕੇ ਦਾ ਹੋਣਾ ਚਾਹੀਦਾ ਹੈ ਕਿ ਉਹਦੀ ਐਬਿਲਿਟੀ ਹੋਣੀ ਚਾਹੀਦੀ ਸਕਿੱਲਸ ਹੋਣੀ ਚਾਹੀਦੀ ਕੁਝ ਐਸੇ ਇਨਸਟਰੂਮੈਂਟਸ ਹੋਵੇ ਜੋ ਕਿ ਤੁਹਾਡੀ ਲਰਨ ਕਰਨ ਦੇ ਵਿੱਚ ਮਦਦ ਕਰਨ ਔਰ ਤੁਸੀਂ ਕੁਝ ਵੀ ਸਿੱਖ ਰਹੇ ਹੋ ਉਹ ਅੱਗੇ ਵੱਧ ਤੋਂ ਵੱਧ ਕੇ ਕਰਤਾ ਜਾ ਸਕੇ ਜਿਸ ਦੇ ਨਾਲ ਜੋ ਸਟਾਰਟਿੰਗ ਪੁਆਇੰਟ ਹੈਗਾ ਉਹ ਆਪਣੇ ਪੂਰੇ ਰੂਟ ਤੇ ਚਲੇ ਮਤਲਬ ਜੇ ਤੁਸੀਂ ਕਲਾਸ ਦੇ ਵਿੱਚ ਲੈਕਚਰ ਦੇ ਰਹੇ ਹੋ ਤਾਂ ਉਸ ਤਰੀਕੇ ਨਾਲ ਟੌਪਿਕ ਨੂੰ ਚੱਕੋ ਕਿ ਬੱਚਾ ਜੋ ਹੈ ਉਹ ਰੂਟ ਤੋਂ ਜਾਵੇ ਨਾ ਮਤਲਬ ਕਿ ਜੋ ਤੁਹਾਡਾ ਰੂਟ ਚੱਲਦਾ ਪਿਆ ਪੜ੍ਹਾਈ ਦੇ ਉਹਦੇ ਤੋਂ ਬੱਚਾ ਗਿਰੇ ਨਾ ਉਹਦਾ ਇੰਟਰਸਟ ਜਿਹੜਾ ਉਹ ਖਰਾਬ ਨਾ ਹੋਵੇ ਜੇ ਉਹਨਾਂ ਦੇ ਵਿੱਚ ਅਸੀਂ ਉਹਨਾਂ ਚੀਜ਼ਾਂ ਧਿਆਨ ਰੱਖਾਂਗੇ ਐਸੀ ਕਿਹੜੀ ਚੀਜ਼ਾਂ ਦੀ ਰਿਕੁਆਇਰਮੈਂਟ ਹੈਗੀ ਜੋ ਕਿ ਸਾਨੂੰ ਲਰਨਿੰਗ ਕਰਨ ਦੇ ਵਿੱਚ ਬੈਸਟ ਫੀਲ ਕਰਦੀਆਂ ਤੁਹਾਨੂੰ ਫਰੀडम्स ਦਿੰਦੀਆਂ ਔਰ ਤੁਹਾਨੂੰ ਅੱਛੇ ਤਰੀਕੇ ਨਾਲ ਇੰਟਰਸਟ ਬਣਾ ਕੇ ਸਟੱਡੀ ਨਾਲ ਜੋੜ ਕੇ ਰੱਖਦੀਆਂ ਹੁਣ ਅਸੀਂ ਅੱਗੇ ਗੱਲ ਕਰਾਂਗੇ ਲਾਅ ਆਫ ਲਰਨਿੰਗ ਲਾਜ਼ ਅਸੀਂ ਕਹਿੰਦੇ ਹਾਂ ਨਿਯਮਾਂ ਨੂੰ ਰੂਲਸ ਨੂੰ ਐਸੇ ਲਰਨਿੰਗ ਦੇ ਕਿਹੜੇ ਰੂਲਸ ਹੈਗੇ ਆ ਜਿਨ੍ਹਾਂ ਦੇ ਨਾਲ ਸਾਨੂੰ ਲਰਨਿੰਗ ਨੂੰ ਪੂਰਾ ਫੋਲੋ ਕਰਨਾ ਚਾਹੀਦਾ ਔਰ ਅੱਗੇ ਵਧਣਾ ਚਾਹੀਦਾ ਹੈ ਤੇ ਹੁਣ ਅਸੀਂ ਗੱਲ ਕਰਾਂਗੇ ਲਾਅ ਆਫ ਲਰਨਿੰਗ ਦੇ ਜਿਹਦੇ ਵਿੱਚ ਆਪਣਾ ਪਹਿਲਾ ਸਟੈਪ ਆਂਦਾ ਹੈ ਲਾਅ ਆਫ ਪ੍ਰਾਇਮੇਸੀ law of primacy की चीज आ गई learning that take place in the beginning in the best and lasting usually we say first impression in the best hence the pupils should make a right start the most serious event from the first day the learning on the first day the most vivid and strong that teachers also should be most serious on the first day of teaching he must impress his student a very first day मतलब की चीज है जिस तरह की पहला अपना रूल की बनता है जिसनु मैं पहले एग्जांपल तो शुरू करांगी कि जिस तरह पहली बार दे बंदे दा प्रभाव पै जांदा वो एंड तक उस तरह ही चलदा है मतलब जब तुहाडे कोल पहली बार बच्चे आंदे हैं ਜਾਂ ਉਹਨਾਂ ਦਾ ਫਰਸਟ ਲੈਕਚਰ ਹੁੰਦਾ ਹੈ ਫਰਸਟ ਕਲਾਸਿਸ ਹੁੰਦੀਆਂ ਤੁਹਾਨੂੰ ਉਹਦੇ ਨਾਲ ਇਸ ਤਰੀਕੇ ਨਾਲ ਬਿਹੇਵ ਕਰਨਾ ਚਾਹੀਦਾ ਹੈ ਕਿ ਉਹ ਤੁਹਾਨੂੰ ਅੱਛੀ ਤਰੀਕੇ ਨਾਲ ਸਮਝ ਸਕਣ ਤੁਹਾਡੇ ਨਾਲ ਕੰਫਰਟੇਬਲ ਫੀਲ ਕਰਨ ਅਗਰ ਤੁਸੀਂ ਬਿਲਕੁਲ ਫਰਸਟ ਡੇ ਬਹੁਤ ਹੀ ਸਖਤੀ ਦਿਖਾ ਦਿੰਦੇ ਹੋ ਬਹੁਤ ਹੀ ਰੂਲਸ ਦੇ ਨਾਲ ਫੋਲੋ ਕਰਦੇ ਹੋ ਬਹੁਤ ਹੀ ਬੱਚਿਆਂ ਨੂੰ ਮਤਲਬ ਕਹਿ ਦਿਓ ਕਿ ਇੱਜ਼ਤ ਟੀਚਿੰਗ ਵਾਂਗ ਤੁਸੀਂ ਸਟ੍ਰਿਕਟਲੀ ਉਹਨਾਂ ਨਾਲ ਬਿਹੇਵ ਕਰੋਗੇ ਤੇ ਉਹ ਤੁਹਾਡੇ ਚ ਕੰਫਰਟੇਬਲ ਫੀਲ ਨਹੀਂ ਕਰਨਗੇ ਤੁਹਾਡੇ ਉਹਦਾ ਇੰਪ੍ਰੈਸ਼ਨ ਇਸ ਤਰ੍ਹਾਂ ਦਾ ਬਣ ਜਾਏਗਾ ਯੈਸ ਮੇਰੇ ਟੀਚਰ ਸ਼ਾਇਦ ਹੈ ਇਸ ਤਰ੍ਹਾਂ ਤੇ ਤੁਹਾਨੂੰ ਉਸ ਦੇ ਨਾਲ ਇਸ ਤਰੀਕੇ ਨਾਲ ਚੱਲਣਾ ਚਾਹੀਦਾ ਹੈ ਕਿ ਤੁਹਾਨੂੰ ਫ੍ਰੀडमली ਉਹਨਾਂ ਨੂੰ ਇੱਕ ਦੂਸਰੇ ਨਾਲ ਫੈਮਿਲੀ ਵਾਂਗ ਪਹਿਲੇ ਮਿਲਣਾ ਜੁਲਣਾ ਚਾਹੀਦਾ ਹੈ ਸਮਝਣਾ ਚਾਹੀਦਾ ਹੈ
ਪੂਰਾ ਉਹਨਾਂ ਨੂੰ ਸਟੈਪ ਦੱਸਣੇ ਚਾਹੀਦੇ ਆ, ਆਪਣੇ ਇੰਸਟੀਟਿਊਟਸ ਦੇ ਬਾਰੇ ਦੱਸਣਾ ਚਾਹੀਦਾ, ਆਪਣੀ ਸਟੱਡੀ ਬਾਰੇ ਦੱਸਣਾ ਚਾਹੀਦਾ ਹੈ, ਕੁਛ ਉਹਨਾਂ ਨਾਲ ਉਸ ਤਰੀਕੇ ਨਾਲ ਫਰੈਂਡਲੀ ਬਿਹੇਵ ਕਰਨਾ ਚਾਹੀਦਾ, ਉਹਨਾਂ ਦੀ ਨੌਲੇਜ ਆਪਣੀ ਨੌਲੇਜ ਇੱਕ ਦੂਸਰੇ ਦੇ ਨਾਲ ਇੰਟਰੋਡਿਊਸ ਹੋਣਾ ਚਾਹੀਦਾ ਹੈ, ਤਾਂ ਕਿ ਉਹਨਾਂ ਦੀ ਜਿਹੜੀ ਬਿਗਨਿੰਗ ਹੈ ਪਹਿਲੇ ਦਿਨ ਦੀ ਉਹ ਅੱਛੀ ਹੋ ਸਕੇ। ਮੰਨਿਆ ਜਾਂਦਾ ਹੈ ਕਿ ਜਿਸ ਤਰੀਕੇ ਨਾਲ ਪਹਿਲਾ ਦਿਨ ਰੱਖੋਗੇ ਐਂਡ ਤੱਕ ਤੁਹਾਡਾ ਉਹੀ ਚਲੇਗਾ। ਫਰਸਟ ਐਕਸਪ੍ਰੈਸ਼ਨ ਇਜ਼ ਦ ਲਾਸਟ ਐਕਸਪ੍ਰੈਸ਼ਨ। ਇसी ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਅਸੀਂ ਇਹ ਫਰਸਟ ਲਾਅ ਨੂੰ ਕੰਪਲੀਟ ਕਰਾਂਗੇ। ਸੈਕੰਡ ਲਾਅ ਆਪਣਾ ਆ ਜਾਂਦਾ ਰਿਡੈਂਸੀ। ਰਿਡੈਂਸੀ ਕੀ ਚੀਜ਼ ਆ ਗਈ ਹੈਗੀ ਹੈ, ਰੀਸੈਂਟ ਐਕਟ ਐਂਡ ਲਾਸਟ ਆਰ ਲਾਸਟਿੰਗ। We remember those things better which are the recent. Hence, a pupil should receive his entire course just before the examination. Without revision, he is affected to the even the best estimate matter. The revision the must before examination helps this. ਮਤਲਬ ਕੀ ਚੀਜ਼ ਹੈਗੀ ਹੈ ਕਿ ਜੋ ਤੁਹਾਡਾ ਰੀਸੈਂਟਲੀ ਐਕਟ ਹੁੰਦਾ ਹੈ ਉਹ ਲਾਸਟ ਹੀ ਹੋ ਜਾਂਦਾ ਹੈ। ਜਿਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਸਮਝਾਓਗੇ ਪੜ੍ਹਾਓਗੇ ਉਸ ਤਰੀਕੇ ਨਾਲ ਚੱਲਣਗੇ। ਖਾਸ ਕਰਕੇ ਕੀ ਦੇਖਿਆ ਜਾਂਦਾ ਹੈ ਕਿ ਜੋ ਬੱਚੇ ਹੈਗੇ ਉਹਨਾਂ ਨੂੰ ਉਸ ਤਰੀਕੇ ਨਾਲ ਕੋਰਸ ਦੇ ਵਿੱਚ ਪੜ੍ਹਾਉਣਾ ਚਾਹੀਦਾ ਹੈ ਜੋ ਉਹਨਾਂ ਦੇ ਐਗਜ਼ਾਮੀਨੇਸ਼ਨ ਦੇ ਵਿੱਚ ਚੱਲਦਾ ਹੋਵੇ, ਜੋ ਉਹਨਾਂ ਦੀ ਇਮੇਜ ਸੈੱਟ ਹੋਵੇ। ਦਾ ਮੇਨ ਥਿੰਗ ਉਸ ਤਰੀਕੇ ਨਾਲ ਹੀ ਉਹ ਅਡਾਪਟ ਕਰਨਗੇ ਜੋ ਉਹਨਾਂ ਦਾ ਪਹਿਲੇ ਦਾ ਬਿਹੇਵੀਅਰ ਹੈਗਾ। ਉਹਨਾਂ ਨੂੰ ਚੇਂਜ ਕਰਨ ਦੇ ਵਿੱਚ ਆਪਣੇ ਬਿਹੇਵੀਅਰ ਤੇ ਤੁਹਾਨੂੰ ਥੋੜਾ ਕੁ ਟਾਈਮ ਲੱਗੇਗਾ, ਮੋਲਡ ਕਰਨਾ ਪਏਗਾ ਤਾਂ ਕਿ ਉਸ ਪੂਰੀ ਸਟੱਡੀ ਨੂੰ ਈਜ਼ੀਲੀ ਅਸੈਪਟ ਕਰ ਸਕਣ। ਉਹਨਾਂ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਜਾਂ ਜੋ ਵੀ ਹੈ ਤੁਹਾਡੇ ਨਾਲ ਉਹਨਾਂ ਦੇ ਪ੍ਰੀਖਿਆ ਪੀੜ੍ਹੀਆਂ ਆ ਰਹੀਆਂ ਹੈਗੀਆਂ ਉਹਨਾਂ ਨੂੰ ਅੱਛਾ ਸੋਲਵ ਕਰਨ ਦੇ ਵਿੱਚ ਇੱਕ ਟਾਰਗੇਟ ਕੰਪਲੀਟ ਕਰਦੇ ਹੋਏ ਉਸਨੂੰ ਪੂਰਾ ਇਵੈਲੂਏਟ ਕਰਨ। ਲਾਅ ਆਫ ਇੰਟੈਂਸਿਟੀ ਆਫ ਦਾ stimulus. If a stimulus is strong, the response will be strong and the vice versa. The student who has a dash on the instrument make a greater progress and achievement. The weak and willed student achieve less. The more serious a student, the greater the achievement. For the point of view, examination bear a positive effect of learning. In the present, the intense stimulate of study. Justify internal assessment through the session is the same. Hence, pupil must have the stimulus to learn throughout the academic season. The main thing ਇਹਦੇ ਵਿੱਚ ਪੂਰਾ ਕੀ ਦੱਸਿਆ ਜਾਂਦਾ ਹੈ ਕਿ ਜਦ ਤੁਸੀਂ ਆਪਣੀ ਕਲਾਸ ਦੇ ਵਿੱਚ ਪੂਰਾ ਬਿਹੇਵ ਕਰ ਰਹੇ ਹੋ, ਉਹਨਾਂ ਨਾਲ ਅੱਛਾ ਚੱਲ ਰਹੇ ਹੋ, ਅੱਛੀ ਸਟੱਡੀ ਕਰਵਾ ਰਹੇ ਹੋ ਤੇ ਇਸ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਹੈ ਕਿ ਉਹ ਜੋ ਤੁਹਾਡਾ ਸਟੂਡੈਂਟਸ ਹੈ ਆਪਣੀ ਰਿਸਪੌਂਸਿਬਿਲਿਟੀ ਨੂੰ ਲੈ ਕੇ ਸਟਰੋਂਗ ਹੋ ਜਾਵੇ, ਤੁਸੀਂ ਆਪਣੀ ਰਿਸਪੌਂਸਿਬਿਲਿਟੀ ਨੂੰ ਲੈ ਕੇ ਅੱਛੇ ਤਰੀਕੇ ਨਾਲ ਸਟਰੋਂਗ ਹੋਵੇ। ਇਸ ਤਰੀਕੇ ਨਾਲ ਉਹਨਾਂ ਨੂੰ ਕਰਵਾਇਆ ਜਾਏ ਕਿ ਜੋ ਆਪਣੇ ਗੋਲ ਨੂੰ ਅੱਛੀ ਤਰੀਕੇ ਨਾਲ ਪਕੜ ਸਕਣ ਔਰ ਉਹਨੂੰ ਅੱਛੀ ਅਚੀਵਮੈਂਟ ਦਾ ਪੂਰਾ ਆਪਣੀ ਇਮੇਜ ਕ੍ਰੀਏਟ ਕਰਦੇ ਹੋਏ ਉਹਨੂੰ ਸਕਸੈਸ ਦੇ ਵਿੱਚ ਲੈ ਕੇ ਜਾ ਸਕਣ। ਕਿਉਂਕਿ ਹਮੇਸ਼ਾ ਪੋਜ਼ਿਟਿਵ ਲਰਨਿੰਗ ਜਿਹੜੀਆਂ ਹੈਗੀਆਂ ਬੰਦੇ ਨੂੰ ਅੱਛੇ ਸਟੈਪ ਦਿੰਦੀਆਂ ਹੈਗੀਆਂ ਅੱਗੇ ਵਧਣ ਦੇ ਵਿੱਚ। ਬਟ ਅਗਰ ਨੈਗੇਟਿਵ ਲਰਨਿੰਗਸ ਚੱਲ ਰਹੀਆਂ ਹੈਗੀਆਂ ਤਾਂ ਤੁਹਾਡੀ ਜਿੰਨਾ ਮਰਜ਼ੀ ਕੋਸ਼ਿਸ਼ ਹੋਵੇ ਉਹ ਅੱਛੇ ਸਟੈਪ ਨੂੰ ਹਾਸਿਲ ਨਹੀਂ ਕਰ ਸਕੇਗਾ। ਜਿਸ ਦੇ ਲਈ ਇੱਕ ਟੀਚਰ ਦਾ ਮੇਨ ਰੋਲ ਹੋ ਜਾਂਦਾ ਹੈ ਸਟੂਡੈਂਟ ਨੂੰ ਅੱਛੇ ਤਰੀਕੇ ਨਾਲ ਗਾਈਡ ਕਰਨਾ, ਉਸਦੀ ਪ੍ਰੋਬਲਮਸ ਨੂੰ ਅੰਡਰਸਟੈਂਡਿੰਗ ਚ ਲਿਆਂਦੇ ਹੋਏ ਉਸਨੇ ਪ੍ਰੋਬਲਮਸ ਨੂੰ ਸੋਲਵ ਕਰਨਾ। ਉਹ ਕਿਸ ਤਰੀਕੇ ਨਾਲ ਚੱਲਦਾ ਹੈ ਸਾਨੂੰ ਉਹਨਾਂ ਚੀਜ਼ਾਂ ਦੇ ਨਾਲ ਲੈ ਕੇ ਚੱਲਣਾ ਹੋਵੇਗਾ। ਨੈਕਸਟ ਅਸੀਂ ਸਟੈਪ ਕਰਦੇ ਹਾਂ ਲਾਅ ਆਫ ਮਲਟੀਪਲ ਰਿਸਪੌਂਸ। ਮਤਲਬ ਮਲਟੀਪਲ ਰਿਸਪੌਂਸ ਕੀ ਚੀਜ਼ ਹੁੰਦੀ ਹੈ ਕਿ ਐਸੀ ਰਿਸਪੌਂਸਿਬਿਲਿਟੀਜ਼ ਹੈ ਜਿਨ੍ਹਾਂ ਨੂੰ ਸਮਝਣਾ ਹੋਵੇਗਾ। Confidently with a new situation of organisms response with a variety of way arriving at the correct response. ਤੇ ਇਹਦੇ ਵਿੱਚ ਮੇਨ ਚੀਜ਼ ਕੀ ਹੈਗੀ ਹੈ, ਨੈਕਸਟ ਮੈਮ ਸਲਾਈਡ ਮੈਮ, ਇਸ ਦੇ ਵਿੱਚ ਤੁਸੀਂ ਕੋਈ ਵੀ ਆਪਣੀ ਜਿਹੜੀ ਰਿਸਪੌਂਸਿਬਿਲਿਟੀਜ਼ ਹੈ ਖਾਸ ਕਰਕੇ ਇੱਕ ਟੀਚਰ ਦੇ ਵਿੱਚ ਆਉਂਦੀ ਉਹਦੇ ਉੱਪਰ ਮਲਟੀ ਰਿਸਪੌਂਸਿਬਿਲਿਟੀਜ਼ ਹੁੰਦੀਆਂ। ਉਹ ਤੁਹਾਡੀ ਸਟੱਡੀ ਦੇ ਨਾਲ ਤੁਹਾਡੇ ਆਪਣੇ ਕਾਗਜ਼ੀ ਕਾਰਵਾਈ ਬਹੁਤ ਕਰਨੀ, ਉਹਨਾਂ ਨੂੰ ਆਪਣੇ ਇੰਸਟੀਚਿਊਟ ਦੇ ਦਫ਼ਤਰ ਦੇ ਕਈ ਸਾਰੀ ਐਸੀ ਰਿਸਪੌਂਸਿਬਿਲਿਟੀਜ਼ ਉਹਨੂੰ ਇਕੱਲੇ ਟੀਚਰ ਨੂੰ ਸਾਹਮਣੇ ਪੈਂਦੀਆਂ। ਬਟ ਉਸੇ ਚੀਜ਼ ਦੇ ਨਾਲ ਉਹਨੂੰ ਅੱਛੇ ਤਰੀਕੇ ਨਾਲ ਦੇਖਣਾ ਹੋਵੇਗਾ ਕਿ ਉਹ ਆਪਣੇ ਕਲਾਸਰੂਮ ਦਾ ਕਲਾਈਮੇਟ ਜੋ ਉਸਨੂੰ ਡਿਸਟਰਬ ਨਾ ਹੋਣ ਦੇਵੇ, ਉਸਨੂੰ ਅੱਛੀ ਤਰੀਕੇ ਨਾਲ ਚਲੇ ਤਾਂ ਕਿ ਉਹ ਆਪਣੀ ਬਾਕੀ ਦੀ ਰਿਸਪੌਂਸਿਬਿਲਿਟੀਜ਼ ਨੂੰ ਵੀ ਪ੍ਰੋਪਰ ਅੱਗੇ ਵਧਦਾ ਹੋਵੇ, ਅੱਛੇ ਤਰੀਕੇ ਨਾਲ ਕੰਪਲੀਟ ਕਰ ਸਕੇ। ਬਿਕੋਜ਼ ਟੀਚਰ ਦਾ ਸਿਰਫ ਇੱਕ ਸਿੰਗਲ ਰੋਲ ਨਹੀਂ ਹੈ, ਬਹੁਤ ਸਾਰੇ ਰੋਲਸ ਹੈ ਜਿਨ੍ਹਾਂ ਨੂੰ ਇਕਸਾਰ ਇਕੱਠੇ ਹੋ ਕੇ ਉਹਨੂੰ ਲੈ ਕੇ ਚੱਲਣਾ ਪੈਂਦਾ ਹੈ। ਨੈਕਸਟ ਆ ਜਾਂਦਾ ਆਪਣਾ ਲਾਅ ਆਫ ਸੈਟ ਐਟੀਟਿਊਡ। ਜੋ ਆਪਣਾ ਐਟੀਟਿਊਡ ਆ ਅੱਛੀ ਤਰੀਕੇ ਨਾਲ ਸੈੱਟ ਹੋਣਾ ਚਾਹੀਦਾ, ਖਾਸ ਕਰਕੇ ਟੀਚਰ ਦਾ ਇਸ ਤਰੀਕੇ ਦਾ ਨਹੀਂ ਹੋਣਾ ਚਾਹੀਦਾ ਕਿ ਬੱਚੇ ਨਾਲ ਤੁਸੀਂ ਬਹੁਤ ਹੀ ਸਟ੍ਰਿਕਟਲੀ ਬਿਹੇਵ ਕਰੋ, ਬਹੁਤ ਹੀ ਕਹਿੰਦੇ ਐਟੀਟਿਊਡ ਦੇ ਨਾਲ ਜਾਂ ਫਸਟ ਫਰੰਟ ਜੋ ਆਪਣਾ ਫਰੰਟ ਆਫ ਫੇਸ ਵॉकिंग ਹੁੰਦੀ ਹੈ ਉਹਨੂੰ ਬਿਲਕੁਲ ਕੰਪਲੀਟ ਕਰੋ। ਤੁਹਾਨੂੰ ਸਭ ਤੋਂ ਪਹਿਲੇ ਬੱਚੇ ਦੀ ਪ੍ਰੋਬਲਮਸ ਦੇਖਣੀਆਂ ਪੈਣਗੀਆਂ ਕਿਉਂਕਿ ਆਪਣੀ ਕਲਾਸ ਦੇ ਵਿੱਚ ਕਿੰਨੇ ਤਰ੍ਹਾਂ ਦੇ ਬੱਚੇ ਹੁੰਦੇ ਆ ਔਰ ਹਰ ਬੱਚੇ ਦਾ ਅਲੱਗ ਬਿਹੇਵੀਅਰ ਹੈ, ਹਰ ਬੱਚੇ ਦੀ ਥਿੰਕਿੰਗ ਅਲੱਗ ਹੈਗੀ ਹੈ, ਉਹਨਾਂ ਦੀ ਫੇਸ ਰੀਡਿੰਗਸ ਵੀ ਆਪਣੀ ਆਪਣੀ ਅਲੱਗ ਹੁੰਦੀਆਂ। ਜਿਹਦੇ ਚ ਖਾਸ ਕਰਕੇ ਐਗਜ਼ਾਮਪਲ ਦਵਾਂਗੇ, ਕੁਝ ਬੱਚੇ ਦਿਖਦੇ ਹੋ ਰਹੇ ਹੁੰਦੇ ਕੁਝ ਹੋਰ ਹੈ। ਮਤਲਬ
ਦੇਖਣ ਨੂੰ ਉਹ ਬਹੁਤ ਵੀਕ ਲੱਗ ਰਹੇ ਹਨ ਬਟ ਉਹ ਇੰਟੈਲੀਜੈਂਟ ਹੈ ਜਾਂ ਉਹਨਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਪ੍ਰੋਬਲਮਸ ਹਨ ਜੋ ਉਹਨਾਂ ਦੀ ਉਹ ਰਸਤਾ ਸਾਫ਼ ਨਹੀਂ ਹੋ ਪਾ ਰਿਹਾ, ਤੁਹਾਨੂੰ ਅੱਛੀ ਤਰ੍ਹਾਂ ਐਕਸਪਲੇਨ ਨਹੀਂ ਕਰਕੇ ਦੇ ਸਕਦੇ, ਉਹਦਾ ਕੰਫੀਡੈਂਸ ਲੈਵਲ ਵੀਕ ਹੋਵੇ। ਸਾਨੂੰ ਉਸ ਚੀਜ਼ ਨੂੰ ਪਹਿਲੇ ਅੰਡਰਸਟੈਂਡ ਕਰਨਾ ਪਏਗਾ, ਫਿਰ ਉਸ ਦੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਾ, ਉਸ ਚੀਜ਼ ਨੂੰ ਕੰਪਲੀਟ ਕਰਨਾ ਪਵੇਗਾ। ਇਸ ਦੇ ਨਾਲ ਹੀ ਅਸੀਂ ਗੱਲ ਕਰਾਂਗੇ ਲਾਅ ਆਫ ਐਨਾਲੋਜੀ ਐਂਡ ਸਿੰਪਟਮਸ ਦੀ। ਇਸ ਦੇ ਵਿੱਚ ਕੀ ਹੈ, ਜਿਸ ਤਰੀਕੇ ਦੀ ਰਿਸਪੌਂਸਿਬਿਲਿਟੀਜ਼ ਹੈ ਉਹਨਾਂ ਨੂੰ ਸਾਂਭਣਾ ਪਵੇਗਾ। ਉਸ ਚੀਜ਼ ਦੇ ਨਾਲ ਤੁਹਾਨੂੰ ਜਿਹੜੀ ਆਪਣੀ ਪੂਰੀ ਦੀ ਪੂਰੀ ਟੀਚਿੰਗ ਵੇ ਹੈਗਾ ਉਹਨੂੰ ਸੰਭਾਲਦੇ ਐਕਸਪੀਰੀਅੰਸ ਦੇ ਨਾਲ ਉਹਨਾਂ ਨੂੰ ਸ਼ੇਅਰ ਕਰਨਾ ਪਵੇਗਾ ਤਾਂ ਕਿ ਉਹਨਾਂ ਨੂੰ ਇੱਕ ਅੱਛੀ ਐਗਜ਼ਾਮਪਲਸ ਮਿਲ ਸਕਣ। ਉਸ ਤੋਂ ਬਾਅਦ ਅਗਲਾ ਆ ਜਾਂਦਾ ਹੈ ਐਸੋਸੀਏਟਿਵ ਸ਼ਿਫਟਿੰਗ, ਜਿਸ ਦੇ ਵਿੱਚ ਅਸੀਂ ਕੀ ਦਿਖਾਉਂਦੇ ਹਾਂ, ਅਕੋਰਡਿੰਗ ਟੂ ਦ law we get the any response the learn of which he is capable associate the situation which is a sensitive। ਤੁਹਾਨੂੰ ਜਿਸ ਤਰੀਕੇ ਦੀ ਸਿਚੁਏਸ਼ਨਸ ਮਿਲਦੀਆਂ ਤੁਹਾਨੂੰ ਉਸ ਤਰੀਕੇ ਨਾਲ ਸਿਚੁਏਸ਼ਨ ਨਾਲ ਉਹਨੂੰ ਸੋਲਵ ਕਰਨਾ ਪਵੇਗਾ। ਮਤਲਬ ਮੈਂ ਤੁਹਾਨੂੰ ਜੋ ਦੱਸਿਆ ਹਰ ਤਰ੍ਹਾਂ ਦਾ ਬੱਚਾ ਹੈਗਾ ਹੈ, ਉਹਨਾਂ ਦੀ ਆਪਣੇ ਆਪਣੇ ਪ੍ਰੋਬਲਮਸ ਹੈ, ਤੁਹਾਨੂੰ ਉਸਦੀ ਪ੍ਰੋਬਲਮ ਸੁਣਨੀ ਪਵੇਗੀ,